ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਗੁਆਰੇਰੀ ਮਹਲਾ ਪਹਿਲਾ। ਚੌਪ ਦੇ ਦੋ ਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਭਉ ਮੁਝ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ। ਭਉ ਮੁਝ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ। ਸਿਰ ਧਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ। ਭੈ ਬਿਨ ਕੋਇ ਨ ਲੰਘਸ ਪਾਰ ਭੈ ਭਉ ਰਾਖਿਆ ਭਾਏ ਸਵਾਰ ਰਹਾਉ। ਭੈ ਬਿਨ ਕੋਇ ਨ ਲੰਘਸ ਪਾਰ ਭੈ ਭਉ ਰਾਖਿਆ ਭਾਏ ਸਵਾਰ। ਵਾਹਿਗੁਰੂ। ਇਹ ਪਵਿੱਤਰ ਬਚਨ ਰਾਗ ਗੌੜੀ ਗੁਆਰੇਰੀ ਦਾ ਪਹਿਲਾ ਸ਼ਬਦ ਸ਼੍ਰੀ ਗ੍ਰੰਥ ਸਾਹਿਬ ਜੀ ਦੇ 151 ਅੰਗ ਉੱਪਰ ਸੁਭਾਏਮਾਨ ਹੈ। ਗੌੜੀ ਰਾਗ ਦੀ ਆਰੰਭਤਾ ਕਰਦੇ ਹੋਏ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਪਹਿਲਾ ਮੰਗਲਾ ਚਰਨ ਪਰਮੇਸ਼ਰ ਦੀ ਸਿਫਤ ਵਿੱਚ, ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ, ਜਿਸ ਦੀ ਵਿਚਾਰ ਆਪਾਂ ਪਿਛਲੇ ਦਿਨੀ ਸਰਵਣ ਕੀਤੀ ਸੀ। ਅੱਗੇ ਸ਼ਬਦ ਚੱਲਦਾ ਹੈ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ। ਕਦੋਂ? ਉਥਾਨਕਾ ਮੁਤਾਬਕ ਦੱਸਦੇ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੀ ਕਲਿਆਣ ਵਾਸਤੇ ਉਦਾਸੀਆਂ ਲਾਈਆਂ, ਤਾਂ ਪਹਿਲੀ ਉਦਾਸੀ ਦੇ ਵਿੱਚ ਸਤਿਗੁਰਾਂ ਨੇ ਰਾਜੇ ਸ਼ਿਵਨਾਭ ਨੂੰ ਆਤਮਿਕ ਉਪਦੇਸ਼ ਦਿੱਤਾ। ਫਿਰ ਤ੍ਰੀਆ ਰਾਜ ਭਾਵ ਜਿੱਥੇ ਕਿ ਜਾਦੂਗਰਨੀਆਂ ਬਸਦੀਆਂ ਸਨ, ਉਸ ਇਲਾਕੇ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਫਿਰ ਰਾਜੇ ਸ਼ਿਵਨਾਭ ਨੂੰ ਮਿਲੇ, ਉਹਨੂੰ ਗਿਆਨ ਦਿੱਤਾ। ਨਿਹਾਲ ਕਰਦੇ ਹੋਏ ਅੱਗੇ ਜੰਗਲ ਵਿੱਚ ਇੱਕ ਰਾਜਾ ਭਰਥਰੀ ਮਿਲਿਆ ਜੋ ਗੋਰਖਨਾਥ ਦਾ ਚੇਲਾ ਬਣਿਆ ਹੋਇਆ ਸੀ। ਉਹਨੂੰ ਉਪਦੇਸ਼ ਦਿੱਤਾ। ਇਉਂ ਸਤਿਗੁਰਾਂ ਦੀ ਇਹ ਉਦਾਸੀ ਬਹੁਤ ਲੰਬੀ ਸੀ। ਹੋਇਆ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਕਿਸੇ ਦਾ ਸੁਧਾਰ ਕਰਨਾ, ਕਿਸੇ ਨੂੰ ਤਾਰਨਾ ਨਾ, ਉੱਥੇ ਪਹਿਲਾਂ ਮਰਦਾਨੇ ਨੂੰ ਭੇਜਦੇ ਆ। ਔਰ ਉਹ ਸੰਸਾਰੀ ਮਨੁੱਖ ਜਿਹੜਾ ਹੈ ਆਪਣੀਆਂ ਜੋ ਗਲਤੀਆਂ ਕਰਦਾ ਹੈ, ਜਾਂ ਜਿਵੇਂ ਸੱਜਣ ਠੱਗ ਦੇ ਕੋਲ ਮਰਦਾਨੇ ਦੇ ਪੁੱਤਰ ਨੂੰ ਫਸਣਾ, ਜਿਵੇਂ ਤ੍ਰੀਆ ਰਾਜ ਜਾਦੂਗਰਨੀਆਂ ਦੇ ਦੇਸ਼ ਵਿੱਚ ਭਾਈ ਮਰਦਾਨੇ ਨੂੰ ਉਹਨਾਂ ਨੇ ਬੰਨ੍ਹ ਕੇ ਬਿਠਾ ਲੈਣਾ ਮੰਤਰ ਮਾਰ ਕੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਹੁਣ ਸਤਿਗੁਰਾਂ ਨੇ ਵੇਖਿਆ ਕਿ ਜੰਗਲ ਦੇ ਵਿੱਚ ਇੱਕ ਰਾਖਸ਼ ਰਹਿੰਦਾ, ਜਿਸ ਦਾ ਨਾਮ ਇਤਿਹਾਸ ਵਿੱਚ ਕੌਡਾ ਰਾਖਸ਼ ਕਰਕੇ ਆਇਆ। ਹੁਣ ਇਸ ਕੌਡੇ ਰਾਖਸ਼ ਦੇ ਕੋਲ ਪਹੁੰਚਣਾ ਤੇ ਇਹਨੂੰ ਵੀ ਸਿੱਧੇ ਰਸਤੇ ਪਾਉਣਾ ਹੈ। ਪਰ ਪਹੁੰਚਣ ਤੋਂ ਪਹਿਲਾਂ ਸਤਿਗੁਰਾਂ ਨੇ ਆਪਣੇ ਖਿਆਲ ਦੇ ਨਾਲ ਭਾਈ ਮਰਦਾਨੇ ਵਿੱਚ ਇੱਕ ਖਿਆਲ ਪੈਦਾ ਕਰਤਾ ਕਿ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਸੀਂ ਤਾਂ ਵਾਪਸੀ ਨਹੀਂ ਮੁੜਦੇ, ਅੱਗੇ ਹੀ ਅੱਗੇ ਜਾ ਰਹੇ ਹੋ, ਤੇ ਮੈਂ ਤਾਂ ਆਪਣੇ ਬੱਚੇ ਸੰਭਾਲਨੇ ਆ ਜਾ ਕੇ। ਭਾਵ ਬੱਚਿਆਂ ਦਾ ਮੋਹ ਪੈਦਾ ਕਰਤਾ ਭਾਈ ਮਰਦਾਨਾ ਜੀ ਵਿੱਚ। ਪਹਿਲਾਂ ਬੱਚਿਆਂ ਦਾ ਮੋਹ ਪੈਦਾ ਕਰਤਾ। ਫਿਰ ਜਦੋਂ ਮਰਦਾਨਾ ਕਹਿੰਦਾ ਮੈਂ ਤਾਂ ਪਿੰਡ ਚੱਲਿਆ, ਫਿਰ ਬਾਬਾ ਜੀ ਨੇ ਕਿਹਾ ਵੀ ਨਾ ਜਾ ਮਰਦਾਨਿਆ,
पर मोह का फुरना ऐसा परबल सी, इन्हें गल ना मनी। कहना जी मैं नहीं इदों गाहां जाना, इदों गाहां तुसीं चले जाओ, मैं तो इत्थों ही पुट्ठा मुड़ूंगा, अपने इलाके वाल जावांगा, अपने पिंड वाल जावांगा। जन्म साखी भाई बाला जी वाली विच साखी है, तो सतगुरु नानक देव जी भाई बाले नूं कहंदे, बालिया भाई समझा इहनूं, ये जंगल विच बलावां बहुत आ, एवें कल्ले नूं कोई बला खा जूगी। तो भाई बाला जी ने भी कहा भी मरदानिया तू ना जा, आपां इकट्ठे चलदे आ। जदों पातशाह वापस जाणगे नाल चल पड़ांगे, वो कहंदा मैं तो इदों गां कदम भी नहीं जाना। गुस्से हो गया। कहंदे उसे वेले ही धन गुरु नानक दे महाराज जी नूं छड्ड के ये मरदाना वापस चल पिया। जदों वापस चलिया, सारा दिन मरदाना तुरदा रहा, ते सतगुरु नानक देव जी जिथे बैठे सन उत्थे बैठे। ते शामां जियां नूं बाबा नानक जी कहन लगे, बालिया मरदाना तो फस गया। किथे महाराज? कहंदे उहनूं राक्षस ने घेर लिया। ते महाराज तुहाडे बचन सत होने सी, जदों तुसीं कहा सीगा भी मरदानिया तू ना जा भाई, इत्थे बलावां बहुत है, तो फिर बला ने घेरना ही सीगा। फिर बालिया चल उहनूं बचाईए, नाल लिआंदा आपां नूं इलाज आ। हुण भाई साहब भाई बाला जी कहन लगे, महाराज की पता वो किन्नी क दूर वग गया। धन गुरु नानक देव जी कहंदे, भाई बालिया वो इत्थों 11 को पहुँच गया। ज्यों तड़के दा तुरिया आथन तीक वो 11 को कर गया। जे बाबा जी फिर तो अपने जांदियां नूं खा जूगा राक्षस नूं। कहंदे नहीं बालिया खान नहीं देना, तू नेत्र बंद कर, पर चलीए छेती कर। कहंदे सतगुरां ने अपने नेत्र बंद कीते, बाले दे कीते, ते उस वेले ही गुरु प्यारिओ धन गुरु नानक देव महाराज जी थोड़े ही सकिंटां दे विच उह जगह ते पहुँच गए जिथे कौडे राक्षस ने भाई मरदाने नूं फड़ के बन के बिठाया होया सी। और एक पासे उसने तेल का कड़ाहा चढ़ाया होया है, ते जो भी उहदे संपर्क विच आउंदा है वो मांस ही खांदा है। बहुत सारे मनुख उहदे संपर्क विच आए ते उहनां नूं इसे तरह तल के खा गए। जिस वेले धन गुरु नानक देव जी महाराज उत्थे पहुँचे, भाई बाला जी कहने, बाबा जी तुसीं कहा सीगा बलावां बहुत है, तो बला पैनी सी। अफल बचन क्यों होए तुम्हारा, जे के 3 लोग अनसारा। तुहाडे तां 3 लोग हुक्म अंदर चलदे आ, तुहाडा बचन झूठा किवें हो सकदा। रहे हटाए न माने मूड़ा, उस मूर्ख ने गल नहीं समझी। तुसीं तां बहुत रोकिया सीगा भी इकट्ठे चलांगे शहर छपाटा करते करते। निज कुटुंब कै मोह अरूड़ा, अपने परिवार के मोह विच फसिया होया चलिया गया, तो हुण फस गया। फसना ही सी महाराज। धन गुरु नानक देव जी कहंदे, नहीं बालिया छडाउणा पैना, आपां नाल लैके आंदा। जिस वेले धन गुरु नानक देव जी उत्थे पहुँचे, कौडा राक्षस अपनी कुटिया विच है, ते सामने कड़ाहा तेल का उबली जाता है, ते मरदाना बैठा। मरदाना हुण मन में सोचदा भी गलती तो मैं कीती आ, मेरी मत छोटी सी, गुरु नानक दी मत वड्डी आ। शब्द भी इस तरह का उच्चारण किया पातशाह जी ने, भौ मुझ भारा वड्डा तोल। परमेश्वर के भौ विच रहना, गुरु के भौ विच रहना वड्डी गल है। जिहड़ा गुरु के मत विच रहिंदा है, गुरु की मत नूं ग्रहण करदा है, गुरमत अनुसार चलदा है, गुरु की मर्जी मुताबक चलदा है,
ਉਹਦੇ ਅੰਦਰ ਵੱਡੀ ਵਿਚਾਰ ਵੀ ਪੈਦਾ ਹੋ ਜਾਂਦੀ ਹੈ। ਬਾਕੀ ਅਸੀਂ ਸਾਰੇ ਲੋਕ ਮਨ ਮਤ ਹੌਲੀ ਬੋਲੇ ਬੋਲ, ਸਾਡੀ ਮਤ ਹੌਲੀ ਹੈ, ਛੋਟੀ ਆ। ਰੱਬ ਦੇ ਪਿਆਰਿਆਂ ਦੀ ਮਤ ਵੱਡੀ ਹੁੰਦੀ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ। ਰਾਮ ਗੁਰੂ ਰਾਮਦਾਸ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਅਮਰਦਾਸ ਜੀ ਨੂੰ ਕਿਹਾ ਸੀਗਾ, ਜਦੋਂ ਬਾਰ-ਬਾਰ ਥੜੇ ਬਣਾ ਕੇ ਢਵਾਉਂਦੇ ਸੀ ਤੇ ਇਹਨਾਂ ਨੇ ਕਿਹਾ ਸਾਡੀ ਮਤ ਛੋਟੀ ਹੈ, ਮਹਾਰਾਜ ਕੋਲੇ ਖੜ ਕੇ ਬਣਵਾ ਲਓ। ਇੱਥੇ ਬਾਬਾ ਜੀ ਨੇ ਸ੍ਰਿਸ਼ਟੀ ਦੀ ਗੱਲ ਕੀਤੀ ਆ ਕਿ ਸੰਸਾਰ ਦੀ ਮਤ ਬੜੀ ਛੋਟੀ ਆ। ਜਿਵੇਂ ਮਰਦਾਨੇ ਨੇ ਸੋਚਿਆ ਨਹੀਂ, ਕਹਿੰਦਾ ਮੈਂ ਤਾਂ ਜਾਊਂ ਘਰ ਨੂੰ। ਉਹਨੇ ਵਿਚਾਰ ਨਹੀਂ ਕੀਤੀ, ਗੁਰੂ ਦੀ ਵਿਚਾਰ ਨਹੀਂ ਮੰਨੀ, ਤੇ ਉਹ ਮੰਨਿਆ ਨਾ ਤੇ ਉਹ ਚੱਲ ਪਿਆ ਤੇ ਅਖੀਰ ਉਹ ਫਸ ਗਏ। ਇਹ ਸ਼ਬਦ ਫਿਰ ਉੱਥੇ ਉਚਾਰਨ ਕਰਦੇ ਆ, ਭਾਈ ਮਰਦਾਨੇ ਨੂੰ ਸੰਬੋਧਨ ਕਰਦੇ। ਖੈਰ ਪਹਿਲਾਂ ਸਾਖੀ ਜਾਣੀਏ ਇਸ ਵਿਸ਼ੇ 'ਤੇ। ਜਿਹੜੀ ਇਹ ਉਥਾਨਕਾ ਹੈ, ਉਥਾਨਕਾ ਦੇ ਨਾਲ ਪਤਾ ਲੱਗਦਾ ਕਿਹੜਾ ਸ਼ਬਦ ਕਿੱਥੇ ਕਿਉਂ ਰਚਿਆ ਗਿਆ। ਗੌੜੀ ਰਾਗ ਦਾ ਪਹਿਲਾ ਸ਼ਬਦ ਹੈ। ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਭਾਈ ਮਰਦਾਨੇ ਦੇ ਸਾਹਮਣੇ ਗਏ, ਮਰਦਾਨਾ ਬੇਨਤੀਆਂ ਤਾਂ ਕਰ ਰਿਹਾ ਸੀਗਾ, ਅਸੀਂ ਚੰਗੇ ਆ ਮਾੜੇ ਆ, ਹਾਂ ਤਾਂ ਤੇਰੀ ਮਹਾਰਾਜ, ਹੁਣ ਬਚਾਓ ਮੈਨੂੰ। ਇਹ ਤਾਂ ਬੜਾ ਭਿਆਨਕ ਰਾਖਸ਼ ਜਿਹਾ ਬੰਦਾ ਟੱਕਰਿਆ, ਮੈਨੂੰ ਪਤਾ ਨਹੀਂ ਕੀ ਕਰੇਗਾ ਮੇਰੇ ਨਾਲ, ਮੈਂ ਤਾਂ ਮਰ ਗਿਆ। ਜੇ ਤੂੰ ਮੈਨੂੰ ਬਚਾਵੇਂ ਤਾਂ ਫਿਰ ਗੱਲ ਬਣਦੀ ਆ। ਆਖਿਰ ਮੈਂ ਜਿਹੋ ਜਿਹਾ ਵੀ ਹੈਗਾ। अब हम चले ठाकुर का पैहार, जब हम शरण प्रभु की आई राख, प्रभु भावें मार। कोई बुरा कहो भावें भला कहो, हम तन दियो है ढार। जो आवत शरण प्रभ तुमरी, तिस राखो लाज मुरार। ये बचन है बाणी दे। जिस वेले मरदाने के सामने बाबा नानक जी आए, साह साह आ गया भी शुक्र आ, मैनू बचा तो लैणगे। हुण बाबे नानक नूं लाज है। पहुँच गए, मरदाने नूं दिखाली दिती, मरदाने ने कुछ शांति आई। और गुरु प्यारिओ, जिस वेले मरदाने के सामने गए, सूरज प्रकाश वाला भाई संतोख सिंह कवि लिखता है, मरदाना देख के की कहना है, हसिया, हथ बन के इशारियां नाल बेनतियां करदा है। बाबा नानक कहते की हाल है मरदानिया, जांदा नहीं घरे, शर्म दा मारिया नीवी पा गया। मैंने तो बहुत रोकिया सी बाबे नानक ने, पर मेरी मत छोटी सी ते मैं गल नहीं मन्नी। जिस वेले पातशाह इत्थे बैठे हैं तो कहंदे वो कौडा जिहड़ा झोंपड़ी विच रहिंदा सी उत्थे जंगल विच, इहनूं श्राप मिलिया होया सीगा। ये विचार अगे आऊगी, तां करके राक्ष बिरती दा बन गया सीगा। बंदे दी बिरती चंगी हो जे देवता बन जाती है, माड़ी हो जे ते राक्ष बन जाता। आपां बंदे आ, मानस हाँ, ते सतगुर ने कृपा कीती, बलिहारी गुरे अपने दिवहाड़ी सदवार। जन मानस ते देवते कीए, घट न लागी बार। गुरु की संगत करके ये मनुख तो देवता बन सकता है, माड़ी संगत करके, विकारां की संगत करके ये मनुख जोनी तो डिग के राक्ष भी बन सकता है, दैंत भी बन सकता। और कोई सिंह नहीं निकलते बंदे दे भी, दैंतां दे अलग सिंह होंदे है, बस माती मारी जाती है। तो जो बंदा पुठे पासे चलता, कहते रब लत्त नहीं मारदा, माती मारदा, फिर पुठे सीधे काम करता है, फिर वह खात्मा कर देंदा। जिवें हरनाक्ष पुठे पासे चलिया, उहदी भी मत मारी गई। भगत प्रहलाद के नाल ही लड़ाई विढ़ के बह गया। शाम की कथा सरवण कर रहे सी, माता सुंदरी जी ने एक पुत्र गोद लिया। जदों जवान होया, वड्डा होया, माया खुली आई, संगतां दे कोलों चढ़ावा वाधू आया, तो उस माया के कारण उहदी भी मत मारी गई, जिस करके उस अगे जाके शरीर जिहड़ा है वो खत्म हो गया, भाव मारिया गया। इस तरह मरदाने दे प्रथाए उचारण करके मनुखता नूं कहंदे आ, ये मनुख परमेश्वर की गुरु की मत मुताबक चले तो इन्हूं वड्डी विचार पैदा हो सकती है। जे मन मत हौली बोले बोल, जे मन दे मगर ला के चले मन मत वास्ते, फिर इहदी मत हौली हो सकती है।
ਉਸੇ ਤਰ੍ਹਾਂ ਜਿਵੇਂ ਭਾਈ ਮਰਦਾਨਾ ਜੀ ਨੇ ਬਾਬੇ ਦੀ ਗੱਲ ਨਾ ਮੰਨ ਕੇ ਘਰੇ ਜਾਣ ਦੀ ਸਲਾਹ ਕੀਤੀ ਤੇ ਫਸ ਗਏ। ਜਿਸ ਵੇਲੇ ਗੁਰੂ ਪਿਆਰਿਓ ਇੱਧਰ ਕੜਾਹਾ ਤੇਲ ਦਾ ਉਬਲਣ ਲੱਗਿਆ ਤੇ ਕੌਡਾ ਰਾਖਸ਼ ਆਪਣੀ ਝੌਂਪੜੀ ਚੋਂ ਨਿਕਲ ਕੇ ਬਾਹਰ ਆਇਆ ਤੇ ਮਰਦਾਨੇ ਨੂੰ ਚੱਕਿਆ ਤੇ ਉਹ ਕੜਾਹੇ ਵਿੱਚ ਸਿੱਟਣ ਲੱਗਿਆ ਤੇ ਮਰਦਾਨਾ ਉੱਚੀ ਬੋਲ ਕਹਿੰਦਾ, ਬਚਾਓ ਨਾਨਕ ਬਚਾਓ, ਹੁਣ ਟਾਈਮ ਨਹੀਂ ਆ ਗੁਨਾਹ ਵੇਖਣ ਦਾ, ਮੇਰੇ ਗੁਨਾਹ ਨਾ ਵੇਖੋ, ਪਹਿਲਾਂ ਮੈਨੂੰ ਬਚਾਓ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਪਾਈ ਤੇ ਬਾਣੀ ਦਾ ਇੱਕ ਬਚਨ ਹੈ, ਸ਼ਾਇਦ ਇਸੇ ਵਿਸ਼ੇ ਤੇ ਹੈ ਪਰ ਸਾਡੇ ਅੰਦਰ ਦੀ ਗੱਲ ਵੀ ਹੈ। ਸਾਡਾ ਢਿੱਡ ਵੀ ਤਪਦਾ ਹੋਇਆ ਕੜਾਹਾ ਹੈ। ਬਾਣੀ ਦਾ ਬਚਨ ਹੈ, ਤਪਤ ਕੜਾਹਾ ਬੁਝ ਗਇਓ ਗੁਰ ਸੀਤਲ ਨਾਮ ਦੀਓ। ਜਿਹੜੇ ਲੋਕ ਸ਼ਰਾਬਾਂ ਪੀਂਦੇ ਆ, ਨਸ਼ੇ ਖਾਂਦੇ ਆ, ਮਾਸ ਖਾਂਦੇ ਆ, ਉਹਨਾਂ ਦਾ ਢਿੱਡ ਉਸੇ ਉਬਲਦੇ ਕੜਾਹੇ ਵਰਗਾ ਹੀ ਆ। ਪਤਾ ਨਹੀਂ ਕਿੰਨੇ ਉਹਨਾਂ ਨੇ ਅਲਮ ਗਲਮ ਸਲਮ ਆਪਣੇ ਅੰਦਰ ਖਤਮ ਕਰਤੇ। ਕਹੋ ਸਤਨਾਮ ਸ੍ਰੀ। ਇਹ ਅੰਦਰ ਆਸ਼ਾ ਤ੍ਰਿਸ਼ਨਾ ਦਾ ਕੜਾ ਹੈ ਤੇ ਬਾਹਰ ਵੀ ਸੱਚੀ ਮੁੱਚੀ ਕੜਾਹਾ ਧਾਰਿਆ ਕੌਡੇ ਰਾਖਸ਼ ਨੇ। ਤੇ ਜਿਸ ਵੇਲੇ ਗੁਰੂ ਪਿਆਰੋ ਮਰਦਾਨੇ ਨੂੰ ਸਿੱਟਣ ਲੱਗੇ ਤੇ ਬਾਬਾ ਜੀ ਨੂੰ ਕਹਿਣ ਲੱਗੇ, ਮਰਦਾਨਾ ਮਹਾਰਾਜ ਰੱਖਿਆ ਕਰੋ, ਹੁਣ ਮੇਰੇ ਔਗਣ ਵੇਖਣ ਦੀ ਲੋੜ ਨਹੀਂ, ਆਪਣੇ ਬਿਰਧ ਬਾਣੇ ਦੀ ਲਾਜ ਰੱਖੋ, ਮੈਨੂੰ ਬਚਾਓ। ਤੇ ਬਾਬਾ ਜੀ ਨੇ ਕਿਰਪਾ ਦ੍ਰਿਸ਼ਟੀ ਪਾਈ ਤੇ ਉਹ ਤਪਦਾ ਹੋਇਆ ਕੜਾਹਾ ਠੰਡਾ ਹੋ ਗਿਆ। ਮਰਦਾਨਾ ਦਾ ਵੀ ਸਿੱਟਦਾ ਪਰ ਮਰਦਾਨਾ ਉਬਲਿਆ ਨਹੀਂ ਕਿਉਂਕਿ ਉਹ ਠੰਡਾ ਹੋ ਗਿਆ ਤੇਲ। ਕੌਡਾ ਰਾਖਸ਼ ਝਾਕਦਾ ਹੈ ਵੀ ਇਹ ਕੀ ਗੱਲ, ਇਹ ਤੇਲ ਇੱਕਦਮ ਠੰਡਾ ਕਿਵੇਂ ਹੋ ਗਿਆ। ਜਦ ਸਾਹਮਣੇ ਵੇਖਦਾ ਤੇ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਬੋਲਦੇ ਆ, ਉਹ ਕਿਵੇਂ ਆ ਕੌਡਿਆ, ਖਾ ਹੁਣ। ਮਰਦਾਨੇ ਨੂੰ ਖਾਂਦਾ ਨਹੀਂ। ਉਹ ਕੌਡਾ ਕਹਿੰਦਾ ਵੀ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ। ਬਾਬਾ ਜੀ ਕਹਿੰਦੇ ਮੈਂ ਤੇਰੀ ਸਾਰੀ ਹਿਸਟਰੀ ਜਾਣਦਾ, ਇਕੱਲਾ ਨਾਮ ਕੀ। ਮਰਦਾਨਾ ਤਾਂ ਬਚ ਗਿਆ, ਕੜਾਹਾ ਠੰਡਾ ਹੋ ਗਿਆ ਤੇ ਕੌਡਾ ਕਹਿੰਦਾ ਤੂੰ ਕੌਣ ਹੈ, ਕਿੱਥੋਂ ਆਏ ਹੈ। ਤਪਤ ਕੜਾਹਾ ਜਿਨ ਸਿਤ ਲਾਇਓ, ਕੋ ਹੈ ਤੂੰ ਕਹਤੇ ਚੱਲ ਆਇਓ। ਤੂੰ ਕੌਣ ਹੈ, ਮੇਰਾ ਤਪਦਾ ਕੜਾਹਾ ਠੰਡਾ ਕਰਤਾ। ਤੇ ਜਦੋਂ ਕੋਈ ਸ਼ਰਾਬਾਂ ਪੀਣ ਵਾਲਾ, ਨਸ਼ੇ ਖਾਣ ਵਾਲਾ, ਮਾਸ ਮਿੱਟੀ ਖਾਣ ਵਾਲਾ ਗੁਰੂ ਵਾਲਾ ਬਣ ਜੇ ਤੇ ਉਦੋਂ ਕੀ ਹੁੰਦਾ, ਉਹ ਨਸ਼ੇ ਖਾਣੇ ਬੰਦ ਕਰਦਾ, ਇਹਦਾ ਪੇਟ ਵਾਲਾ ਕੜਾਹਾ ਵੀ ਉਹਦਾ ਠੰਡਾ ਹੋ ਜਾਂਦਾ ਹੌਲੀ ਹੌਲੀ। ਕਹੋ ਸਤਨਾਮ। ਉਹਦੀ ਜਿਹੜੀ ਜੀਭ ਦੀ ਖਾਣ ਪੀਣ ਦੀ ਆਦਤ ਹੈਗੀ ਅਲਮ ਸਲਮ ਦੀ, ਉਹ ਮੁੱਕ ਜਾਂਦੀ ਆ, ਉਹਦਾ ਤਪਦਾ ਕੜਾਹਾ ਅੰਦਰੋਂ ਠੰਡਾ ਹੋ ਜਾਂਦਾ, ਬਾਹਰੋਂ ਕੌਡੇ ਦਾ ਠੰਡਾ ਕਰਤਾ। ਫਿਰ ਕੌਡਾ ਪੁੱਛਦਾ ਤੂੰ ਕੌਣ ਹੈ। ਬਾਬਾ ਜੀ ਕਹਿੰਦੇ ਹੁਣ ਤੂੰ ਖਾਂਦਾ ਨਹੀਂ, ਇਹਨੂੰ ਖਾ। ਪਰ ਕੌਡਾ ਫਿਰ ਆਪਣੀ ਕੁਟੀਆ ਵਿੱਚ ਗਿਆ, ਅੰਦਰ ਝੌਂਪੜੀ 'ਚ ਗਿਆ ਤੇ ਝੌਂਪੜੀ ਵਿੱਚੋਂ ਇੱਕ ਸ਼ੀਸ਼ਾ ਚੱਕ ਲਿਆਇਆ, ਸ਼ੀਸ਼ਾ। ਤੇ ਉਹ ਸ਼ੀਸ਼ਾ ਉਸਨੇ ਬਾਬੇ ਨਾਨਕ ਦੇ ਮੂੰਹ ਵੱਲ ਕਰਕੇ ਵੇਖਿਆ ਨਾ ਜਦੋਂ, ਤੇ ਉਹ ਸ਼ੀਸ਼ਾ ਨਾਲ ਵੇਖ ਕੇ ਬਾਬੇ ਦਾ ਚਿਹਰਾ ਉਹਨੇ ਸ਼ੀਸ਼ੇ 'ਚੋਂ ਵੇਖਿਆ। ਉਹ ਸ਼ੀਸ਼ਾ ਇਹੋ ਜਿਹਾ ਸ਼ੀਸ਼ਾ ਸੀਗਾ ਕਿ ਬੰਦੇ ਦੀ ਅੰਦਰਲੀ ਅਵਸਥਾ ਨੂੰ ਦੱਸ ਦਿੰਦਾ ਸੀਗਾ। ਜੇ ਬੰਦਾ ਲਾਲਚੀ ਹੁੰਦਾ ਤਾਂ ਉਹ ਸ਼ੀਸ਼ੇ ਵਿੱਚੋਂ ਕੁੱਤਾ ਦਿਖਾਈ ਦਿੰਦਾ ਸੀ। ਕਹੋ ਸਤਨਾਮ ਸੀ। ਜੇ ਬੰਦਾ ਮੋਹ ਮਮਤਾ ਫਸਿਆ ਹੁੰਦਾ, ਜਿਵੇਂ ਭਾਈ ਮਰਦਾਨਾ ਬੱਚਿਆਂ ਦੇ ਮੋਹ 'ਚ ਮੁੜ ਗਿਆ, ਉਹਨੂੰ ਵੀ ਦੇਖਿਆ ਹੋਊਗਾ। ਮੋਹ ਮਮਤਾ ਵਾਲਾ ਬੰਦਾ ਉਸ ਨੂੰ ਸ਼ੀਸ਼ੇ ਵਿੱਚੋਂ ਸੂਰ ਦਿਖਾਈ ਦੇਵੇ, ਕਰੋਧੀ ਬੰਦਾ ਉਹਨੂੰ ਬਘਿਆੜ ਦਿਖਾਈ ਦੇਵੇ। ਉਹ ਸ਼ੀਸ਼ੇ ਨਾਲ ਪਹਿਲਾਂ ਜਿਹੜਾ ਵੀ ਬੰਦਾ ਨੂੰ ਟੱਕਰਦਾ ਸੀ ਉਹਨੂੰ ਵੇਖਦਾ ਸੀਗਾ, ਤੇ ਜਦੋਂ ਵੇਖਦਾ ਵੀ ਇਹ ਬਾਹਰੋਂ ਬੰਦਾ ਦਿਸਦਾ ਪਰ ਵਿੱਚੋਂ ਕੁਝ ਹੋਰ ਹੀ ਆ, ਤੇ ਉਹਨੂੰ ਤਲਕੇ ਖਾ ਜਾਂਦਾ ਸੀ। ਬਹੁਤ ਬੰਦੇ ਖਾ ਗਏ ਇਦੋਂ ਪਹਿਲਾਂ। ਉਹ ਸ਼ੀਸ਼ਾ ਲਿਆ ਕੇ ਬਾਬੇ ਨਾਨਕ ਦੇ ਚਿਹਰੇ ਵੱਲ ਕਰਦਾ ਹੈ। ਜਦੋਂ ਬਾਬੇ ਨਾਨਕ ਦਾ ਚਿਹਰਾ ਵੇਖਿਆ, ਇੱਧਰੋਂ ਵੀ ਮਨੁੱਖ ਤੇ ਵਿੱਚੋਂ ਵੀ ਉਹੀ ਰੂਪ, ਬਾਹਰੋਂ ਵੀ ਉਹੀ ਰੂਪ, ਤੇ ਫਿਰ ਧਰ ਕੇ ਸ਼ੀਸ਼ਾ ਪੈਰੀ ਪੈ ਗਿਆ। ਬਾਬਾ ਨਾਨਕ ਕਹਿੰਦੇ ਕੀ ਗੱਲ ਹੋ ਗਈ, ਕੌਡੀਆ ਕੀ ਗੱਲ ਹੋ ਗਈ। ਕਹਿੰਦੇ ਮਹਾਰਾਜ ਪੁੱਛੋ ਨਾ, ਮੈਂ ਬ੍ਰਾਹਮਣ ਸੀਗਾ। ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ ਬਈ ਰਾਖਸ਼ ਲਹਿਦਾ ਨਹੀਂ ਜੰਮਦੇ ਬੰਦੇ ਹੀ ਆ। ਮਾੜੀ ਸੰਗਤ ਕਰਕੇ ਰਾਖਸ਼ ਬਿਰਤੀਆਂ ਬਣ ਜਾਂਦੀਆਂ, ਚੰਗੀ ਸੰਗਤ ਕਰਕੇ ਉਹ ਬੰਦੇ ਬਣ ਜਾਂਦੇ ਆ। ਦੇਖਦੇ ਆ ਨਾ ਸੰਸਾਰ ਦੇ ਵਿੱਚ
ਭਾਰਤ ਵਰਸ਼ ਵਿੱਚ ਕਿੰਨੀਆਂ ਇਸਤਰੀਆਂ ਦੀ ਬੱਚੀਆਂ ਦੀ ਬੇਪਤੀ ਕੀਤੀ ਜਾਂਦੀ ਹੈ। ਕਈ ਵਾਰ ਤਾਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ 5-5 7-7 10-10 ਸਾਲ ਦੀਆਂ ਬੱਚੀਆਂ ਦੀ ਬੇਪਤੀ ਕਰ ਜਾਂਦੇ ਆ। ਉਹ ਬੰਦੇ ਥੋੜ੍ਹਾ ਹੀ ਆ, ਉਹ ਰਾਖਸ਼ ਆ। ਕੌਣ? ਸਤਨਾਮ ਸ੍ਰੀ। ਉਹਨਾਂ ਦੀ ਮੱਤ ਖਰਾਬ ਆ, ਬੁੱਧੀ ਖਰਾਬ ਵਿਗੜੀ ਹੋਈ ਹੈ। ਇਹ ਰਾਖਸ਼ ਆ। ਇਹ ਰਾਖਸ਼ ਕੌਡਾ ਕਹਿਣ ਲੱਗਿਆ ਜੀ ਮੈਂ ਬ੍ਰਾਹਮਣ ਦੇ ਘਰ ਦਾ ਜਨਮ ਸੀ ਮੇਰਾ, ਮੈਂ ਵੇਦਾਂ ਦਾ ਗ੍ਰੰਥਾਂ ਦਾ ਗਿਆਨ ਲਿਆ, ਵਿਦਿਆ ਪੜ੍ਹੀ, ਤੇ ਜਿਸ ਮੇਰੇ ਗੁਰੂ ਨੇ ਮੈਨੂੰ ਵਿਦਿਆ ਪੜ੍ਹਾਈ ਸੀ ਮੈਂ ਉਸ ਤੋਂ ਵੀ ਜ਼ਿਆਦਾ ਗਿਆਨੀ ਹੋ ਗਿਆ, ਜ਼ਿਆਦਾ ਪੜ੍ਹ ਗਿਆ, ਤੇ ਮੈਨੂੰ ਵਿਦਿਆ ਦਾ ਹੰਕਾਰ ਹੋ ਗਿਆ। ਹੁਣ ਮੈਂ ਕਿਸੇ ਨੂੰ ਕੁਝ ਸਮਝਿਆ ਹੀ ਨਾ, ਟੱਚ ਕਰਕੇ ਜਾਣਾ। ਜਦੋਂ ਐਸੀ ਅਵਸਥਾ ਆ ਗਈ ਤੇ ਇੱਕ ਦਿਨ ਮੈਂ ਘਰ ਬੈਠਾ ਸੀ ਤੇ ਮੇਰਾ ਗੁਰੂ ਮੇਰੇ ਘਰੇ ਆਇਆ ਤੇ ਮੈਂ ਉੱਠ ਕੇ ਉਹਨੂੰ ਨਮਸਕਾਰ ਨਹੀਂ ਕੀਤੀ, ਮੱਥਾ ਨਹੀਂ ਟੇਕਿਆ। ਔਰ ਮੇਰਾ ਗੁਰਦੇਵ, ਮੇਰਾ ਗੁਰੂ ਕਹਿਣ ਲੱਗਿਆ ਤੂੰ ਮੈਨੂੰ ਸਤਿ ਸ੍ਰੀ ਅਕਾਲ ਬੁਲਾ, ਮੱਥਾ ਟੇਕ ਜਾਂ ਨਾ ਟੇਕ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਦੁਨੀਆ ਵਿੱਚ ਗੁਰੂ ਦਾ ਵੱਡਿਆਂ ਦਾ ਸਤਿਕਾਰ ਰਵੇ, ਇਸ ਕਰਕੇ ਤੈਨੂੰ ਸ਼ਰਾਪ ਦਿੰਦਾ ਕਿ ਤੂੰ ਰਾਖਸ਼ ਬਿਰਤੀ ਦਾ ਬੰਦਾ ਹੈ। ਕਹੋ ਸਤਨਾਮ, ਜਾ ਰਾਖਸ਼ ਬਣ ਜਾ। ਬਸ ਉਹ ਮੇਰੇ ਗੁਰੂ ਦੇ ਬਚਨ ਸੱਤ ਹੋਏ ਮਹਾਰਾਜ। ਉਸ ਦਿਨ ਦੀ ਮੱਤ ਮਾਰੀ ਗਈ ਔਰ ਮੈਂ ਰਾਖਸ਼ ਬਣ ਗਿਆ। ਉਹ ਰਿਸ਼ੀ ਨੇ, ਉਸ ਗੁਰਦੇਵ ਨੇ, ਉਹ ਸਤਿਗੁਰ ਨੇ ਮੈਨੂੰ ਇਸ ਕਰਕੇ ਸ਼ਰਾਪ ਦਿੱਤਾ ਕਿ ਫਿਰ ਤਾਂ ਤੇਰੇ ਵਰਗੇ ਆਪਣੇ ਉਸਤਾਦਾਂ ਦੀ, ਗੁਰੂਆਂ ਦੀ ਸਤਿਕਾਰ ਹੀ ਛੱਡ ਦੇਣਗੇ। ਤੇ ਮੇਰੀ ਬਿਰਤੀ ਉੱਥੋਂ ਹੀ ਖਰਾਬ ਹੋ ਗਈ ਤੇ ਮੈਂ ਕਿਹਾ ਗੁਰੂ ਜੀ ਗਲਤੀ ਹੋ ਗਈ, ਹੁਣ ਮੇਰਾ ਉਧਾਰ ਕਿਵੇਂ ਹੋਵੇਗਾ। ਮੈਂ ਚਰਨ ਫੜ ਲਏ ਆਪਣੇ ਗੁਰੂ ਦੇ, ਬੇਨਤੀ ਕੀਤੀ। ਉਹ ਕਹਿਣ ਲੱਗਿਆ ਤੇਰਾ ਤਾਂ ਰੱਬ ਹੀ ਉਧਾਰ ਕਰੂਗਾ, ਵਗ ਜਾ ਮੇਰੇ ਕੋਲ। ਕਹਿੰਦਾ ਨਹੀਂ ਜੀ, ਮੈਨੂੰ ਐਂ ਦੱਸੋ ਮੈਨੂੰ ਰੱਬ ਦੀ ਕੀ ਪਛਾਣ ਆਊਗੀ। ਕਹਿੰਦੇ ਰੱਬ ਦੀ ਇਹ ਪਛਾਣ ਹੋਵੇਗੀ ਜਿਹੜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇਗਾ। ਮੈਂ ਫਿਰ ਪੁੱਛਿਆ ਮੈਨੂੰ ਕਿਵੇਂ ਪਤਾ ਲੱਗੇਗਾ, ਤਾਂ ਮੈਨੂੰ ਮੇਰੇ ਗੁਰੂ ਨੇ ਆਹ ਸ਼ੀਸ਼ਾ ਦੇਤਾ, ਕਹਿੰਦੇ ਸ਼ੀਸ਼ੇ ਨਾਲ ਵੇਖ ਲਿਆ ਕਰੀ। ਜਦੋਂ ਕਲਯੁਗ ਦੇ ਵਿੱਚ ਰੂਪ ਧਾਰੇਗਾ ਅਵਤਾਰ ਦਾ ਤੇ ਉਹ ਤੈਨੂੰ ਮਿਲੇਗਾ ਤੇ ਉਹੀ ਤੇਰਾ ਉਧਾਰ ਕਰੂਗਾ। ਹੁਣ ਵਗ ਜਾ, ਹੁਣ ਤੂੰ ਆਪਣੇ ਕਰਮ ਦਾ ਫਲ ਭੋਗ ਪਹਿਲਾਂ। ਮਹਾਰਾਜ ਮੈਂ ਉਹ ਸ਼ੀਸ਼ਾ ਲੈ ਕੇ ਤੇ ਜੰਗਲ ਵਿੱਚ ਆ ਗਿਆ। ਬਹੁਤ ਸਾਰੇ ਲੋਕਾਂ ਨੂੰ ਸੰਗਲ ਲੱਗੇ ਹੋਏ ਆ, ਵਿਗੜੇ ਹੋਏ ਆ, ਦਿਮਾਗ ਖਰਾਬ ਹੋਏ ਵੀ ਆ, ਉਹਨਾਂ ਦੇ ਮੱਤ ਮਾਰੀ ਗਈ ਹੈ, ਲੋਕਾਂ ਦੇ ਡਲੇ ਮਾਰਦੇ ਆ, ਲੋਕਾਂ ਦੇ ਮਗਰ ਪੈਂਦੇ ਆ, ਮਤਲਬ ਉਹਨਾਂ ਵਿੱਚੋਂ ਰਾਖਸ਼ ਬਿਰਤੀ ਪੈਦਾ ਹੋ ਗਈ। ਕਹੋ ਸਤਨਾਮ ਸ੍ਰੀ। ਕਹਿਣ ਲੱਗਿਆ ਮੈਂ ਉਹ ਸ਼ੀਸ਼ਾ ਲੈ ਕੇ ਜੰਗਲ 'ਚ ਆ ਗਿਆ ਤੇ ਜੰਗਲ ਵਿੱਚ ਆ ਕੇ ਮੈਂ ਹੁਣ ਰੱਬ ਰੂਪੀ ਉਸ ਮਨੁੱਖ ਦੀ ਭਾਲ ਕਰਨ ਲੱਗਿਆ ਵੀ ਕਦੋਂ ਮੈਨੂੰ ਮਿਲੇ, ਤੇ ਜਿਹੜਾ ਵੀ ਮੈਨੂੰ ਮਿਲਦਾ ਮੈਂ ਉਸ ਨੂੰ ਇਹ ਸ਼ੀਸ਼ੇ ਨਾਲ ਵੇਖਦਾ। ਜਦੋਂ ਮੈਂ ਸ਼ੀਸ਼ੇ ਨਾਲ ਵੇਖਦਾ ਤੇ ਕੋਈ ਮਨੁੱਖ ਜਿਹੜਾ ਮੈਨੂੰ ਪਸ਼ੂ ਦਿਖਾਈ ਦਿੰਦਾ, ਕੋਈ ਪੰਛੀ ਦਿਖਾਈ ਦਿੰਦਾ, ਕਿਉਂਕਿ ਜਿਹੜੇ ਔਗਣ ਬੰਦੇ ਵਿੱਚ ਆਏ ਹੋਏ ਆ ਨਾ, ਇਹ ਪਸ਼ੂਆਂ ਦੇ ਅਸਲ ਵਿੱਚ। ਤੇ ਕਹਿਤਾ ਪਾਤਸ਼ਾਹ ਨੇ ਬਾਣੀ ਰਾਹੀਂ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਅਸੀਂ ਮਨੁੱਖ ਬਣ ਕੇ ਕਰਤੂਤਾਂ ਪਸ਼ੂਆਂ ਵਾਲੀਆਂ, ਮੋਹ ਮਮਤਾ ਵਿੱਚ ਫਸੇ ਆ ਤੇ ਸੂਕਰ ਦੀ ਜੋਨ ਹੈ, ਸੂਰ ਦੀ ਜੋਨ ਹੈ। ਬੰਦਾ ਬਾਹਰੋਂ ਦੇਖਣ ਨੂੰ ਬੰਦਾ ਦਿਸਦਾ ਪਰ ਵਿੱਚੋਂ ਸੂਰ ਵਾਲੀ ਬਿਰਤੀ ਆ। ਅੰਤ ਕਾਲ ਜੇ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਹੋਏ ਬਲ ਬਲ ਔਤਰੈ। ਸੱਚੀ ਮਿੱਚੀ ਸੂਰ ਦੀ ਜੂਨੀ ਵਿੱਚ ਵੀ ਤਲਿਆ ਜਾਊਗਾ, ਪਰ ਮਨੁੱਖਾ ਜਨ ਵਿੱਚ ਰਹਿੰਦਾ ਹੋਇਆ ਵੀ ਸੂਰ ਦੀ ਬਿਰਤੀ ਭੋਗ ਰਿਹਾ ਹੈ। ਕਹੋ ਸਤਨਾਮ ਸ੍ਰੀ। ਲਾਲਚੀ ਹੈ ਤੇ ਕੁੱਤੇ ਦੀ ਬਿਰਤੀ ਮੰਨ ਕੇ ਚੱਲੋ, ਕ੍ਰੋਧੀ ਹੈ ਤਾਂ ਬਘਿਆੜ ਦੀ ਬਿਰਤੀ ਮੰਨ ਕੇ ਚੱਲੋ, ਕਾਮੀ ਹੈ ਤੇ ਹੰਕਾਰੀ ਹਾਥੀ ਦੀ ਬਿਰਤੀ ਮੰਨ ਕੇ ਚੱਲੋ। ਹਾਥੀ ਕਾਮੀ ਹੈ, ਉਹਨੂੰ ਫੜਨ ਵਾਸਤੇ ਸ਼ਿਕਾਰੀ ਲੋਕ, ਹਾਥੀ ਕਾਬੂ ਨਹੀਂ ਆਉਂਦਾ ਕਿਸੇ ਦੇ, ਇੱਕ ਵੱਡੀ ਢੱਗੀ ਪੱਟਦੇ ਆ, ਉੱਤੇ ਉਹਦੇ
ਕੱਚੀ ਛੱਤ ਪਾਉਂਦੇ ਆ ਕਾਨਿਆਂ ਦੀ, ਤੇ ਉਹਦੇ ਉੱਤੇ ਹਲਕੇ ਵੇਟ ਦੀ ਕਾਗਜ਼ਾਂ ਦੀ ਹਥਨੀ ਬਣਾ ਕੇ ਖੜਾ ਦਿੰਦੇ ਆ। ਹਾਥੀ ਦੇ ਆਕਾਰ ਦੀ ਕਾਲੇ ਕਾਗਜ਼ਾਂ ਦਾ ਇੱਕ ਫੋਟੋ ਬੁੱਤ ਬਣਾ ਕੇ ਖੜਾ ਦਿੰਦੇ ਆ। ਤੇ ਜਦੋਂ ਭੱਜਦੇ ਹੋਏ ਹਾਥੀ ਉਸ ਪਾਸੇ ਆਉਂਦੇ ਨਾ, ਤੇ ਉਹ ਹਾਥੀ ਉਸ ਆਕਾਰ ਕੋਲੇ ਜਾਂਦਾ, ਕਾਗਜ਼ਾਂ ਦੇ ਆਕਾਰ ਕੋਲੇ। ਦੂਜਾ ਹਾਥੀ ਜਾਂ ਹਥਨੀ ਸਮਝ ਕੇ, ਹੁਣ ਉਹ ਤਾਂ ਕਾਗਜ਼ਾਂ ਦਾ ਸੀਗਾ, ਉੱਤੇ ਖੜਾ ਸੀ ਕੱਚੀ ਛੱਤ ਦੇ, ਲੇਕਿਨ ਹਾਥੀ ਦਾ ਵਟਦਾ ਕੁਆਂਟਲਾਂ ਵਿੱਚ ਹੈ। ਤੇ ਜਦੋਂ ਹੀ ਉਹ ਪੈਰ ਧਰਦਾ, ਛੱਤ ਟੁੱਟ ਜਾਂਦੀ ਹੈ, ਉਹ ਟੋਹੇ 'ਚ ਡਿੱਗ ਜਾਂਦਾ। ਜਦੋਂ ਟੋਹੇ 'ਚ ਡਿੱਗਦਾ ਫਿਰ ਨਿਕਲਿਆ ਨਹੀਂ ਜਾਂਦਾ। ਫਿਰ ਸ਼ਿਕਾਰੀ ਲੋਕ ਹਾਥੀਆਂ ਨੂੰ ਫੜਨ ਵਾਲੇ ਕਿੰਨਾ ਚਿਰ ਉਹਨੂੰ ਭੁੱਖਾ ਰੱਖਦੇ ਆ, ਕੁਛ ਖਾਣ ਨੂੰ ਨਹੀਂ ਦਿੰਦੇ। ਉਹ ਕਮਜ਼ੋਰ ਹੋ ਜਾਂਦਾ, ਉਹਦੀ ਤਾਕਤ ਘਟ ਜਾਂਦੀ ਆ। ਫਿਰ ਰਸਤਾ ਬਣਾ ਕੇ ਟੋਹੇ ਦੇ ਵਿੱਚੋਂ ਹਾਥੀ ਨੂੰ ਬਾਹਰ ਕੱਢ ਲੈਂਦੇ ਆ, ਫਿਰ ਆਪਣੀ ਕੁੰਡੀ ਨਾਲ ਚਲਾਉਂਦੇ ਆ। ਇਹ ਹਾਲ ਮਨੁੱਖ ਦੀ ਆ। ਤਾਂ ਉਹ ਕਹਿਣ ਲੱਗਿਆ, ਕੌਡਾ ਰਾਖਸ਼ ਕਹਿੰਦਾ ਮੇਰੇ ਉਸਤਾਦ ਨੇ ਮੈਨੂੰ ਉਹ ਸ਼ੀਸ਼ਾ ਦੇਤਾ। ਫਿਰ ਕਹਿੰਦਾ ਵੀ ਜਿਹੜਾ ਵੀ ਬੰਦਾ ਤੈਨੂੰ ਟੱਕਰੇ ਉਹਨੂੰ ਸ਼ੀਸ਼ੇ ਰਾਹੀਂ ਵੇਖ ਲਿਆ ਕਰ। ਜਿਹੜਾ ਰੱਬ ਹੋਵੇਗਾ ਉਹ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇਗਾ, ਉਹ ਹੀ ਤੇਰਾ ਉਧਾਰ ਕਰੇਗਾ। ਤੇ ਕਹਿੰਦਾ ਮੇਰੇ ਸੰਪਰਕ ਵਿੱਚ ਬਹੁਤ ਬੰਦੇ ਆਏ ਮਹਾਰਾਜ, ਜਦੋਂ ਮੈਂ ਸ਼ੀਸ਼ੇ ਨਾਲ ਵੇਖਿਆ ਕਰਾਂ, ਕੋਈ ਸੂਰ ਦਿਸੇ, ਕੋਈ ਬਘਿਆੜ ਦਿਸੇ, ਕੋਈ ਕੁੱਤਾ ਬਿੱਲਾ ਦਿਸੇ, ਤੇ ਮੈਂ ਉਹਨਾਂ ਨੂੰ ਤਲ ਕੇ ਖਾਂਦਾ ਰਿਹਾ, ਕਿਉਂਕਿ ਬਿਰਤੀ ਰਾਖਸ਼ ਵਾਲੀ ਆ। ਜਿਹੜਾ ਇੱਥੋਂ ਦਿਓ ਕੱਢਿਆ 10ਵੇਂ ਪਾਤਸ਼ਾਹ ਜੀ ਨੇ ਕਿਲ੍ਹਾ ਬਠਿੰਡਾ ਮੁਬਾਰਕ ਦੇ ਵਿੱਚੋਂ, ਇਸ ਕਿਲ੍ਹੇ ਦੇ ਵਿੱਚੋਂ ਕੱਢਿਆ ਜਿਹੜਾ ਦਿਓ, ਉਹ ਵੀ ਤਾਂ ਇਸੇ ਤਰ੍ਹਾਂ ਦੀ ਬਿਰਤੀ ਦਾ ਕੋਈ ਰੂਹ ਸੀ ਭਟਕਦੀ ਹੋਈ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਨਾਨਕ ਦੇਵ ਜੀ ਦੇ ਪੈਰੀ ਪੈ ਗਿਆ। ਕਹਿਣ ਲੱਗਿਆ ਜੀ ਮੇਰਾ ਉਧਾਰ ਕਰੋ। ਉਸ ਤੋਂ ਪਹਿਲਾਂ ਇਹ ਜੰਗਲ ਵਿੱਚ ਜਾਂਦਾ ਹੈ, ਕੋਈ ਕੰਦ ਮੂਲ ਫਲ ਫਰੂਟ ਜਿਹੋ ਜਿਹੇ ਜੰਗਲ ਵਿੱਚ ਸੀਗੇ, ਕੋਈ ਉਹ ਲੱਭ ਕੇ ਲਿਆਉਂਦਾ, ਪਾਤਸ਼ਾਹ ਦੇ ਅੱਗੇ ਭੇਟ ਕਰਦਾ, ਮੱਥਾ ਟੇਕਦਾ। ਬਾਬਾ ਜੀ ਕਹਿੰਦੇ ਮਰਦਾਨੇ ਦੇ ਪੈਰੀ ਪੈ, ਤੈਨੂੰ ਇਹੀ ਤਾਰੂਗਾ। ਉਹ ਬਾਬੇ ਨਾਨਕ ਨੂੰ ਮੱਥਾ ਟੇਕਦਾ ਹੈ। ਬਾਬਾ ਜੀ ਕਹਿੰਦੇ ਤੇਰਾ ਗੁਰੂ ਮਰਦਾਨਾ ਹੈ, ਕਿਉਂਕਿ ਤੈਨੂੰ ਮਰਦਾਨੇ ਨੇ ਮੇਰੇ ਨਾਲ ਮਿਲਾਇਆ। ਮਰਦਾਨੇ ਕਰਕੇ ਮੈਂ ਤੈਨੂੰ ਮਿਲਿਆ। ਜੇ ਤੂੰ ਮਰਦਾਨੇ ਨੂੰ ਫੜਿਆ ਤੇ ਮਰਦਾਨੇ ਕਰਕੇ ਮੈਂ ਤੇਰੇ ਕੋਲ ਪਹੁੰਚਿਆ। ਤੂੰ ਮਰਦਾਨੇ ਦੇ ਪੈਰੀ ਪੈ। ਤੇ ਉਹ ਕੌਡਾ ਮਰਦਾਨਾ ਜੀ ਦੇ ਪੈਰੀ ਪੈਂਦਾ। ਮਰਦਾਨਾ ਕਹਿੰਦਾ ਜੀ ਰਹਿਣ ਦਿਓ, ਮੈਨੂੰ ਗੁਰੂ ਬਣਨ ਦੀ ਲੋੜ ਨਹੀਂ, ਮੇਰੀ ਜਾਨ ਬਚ ਗਈ ਤਾਂ ਲੱਖੋਂ ਪਾਏ। ਕਹੋ ਸਤਨਾਮ। ਕਹਿੰਦੇ ਨਹੀਂ ਮਰਦਾਨੇ ਆ। ਮਰਦਾਨੇ ਦੇ ਪੈਰੀ ਪੈਂਦਾ। ਕਹਿੰਦਾ ਜੀ ਕਹੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਵੀ ਪੈਰੀ ਪੈ ਜਾ, ਪਰ ਮੇਰਾ ਉਧਾਰ ਕਰੋ, ਮੈਨੂੰ ਜੂਨ ਚੋਂ ਛੁਟਕਾਰਾ ਦਿਵਾਓ। ਹੁਣ ਪਾਤਸ਼ਾਹ ਜੀ ਨੇ ਜਿਹੜੇ ਉਹ ਫਲ ਲੈ ਕੇ ਆਇਆ ਸੀ ਜੰਗਲ ਚੋਂ ਇਕੱਠੇ ਕਰਕੇ, ਭਾਈ ਬਾਲੇ ਨੇ ਉਹਦੇ 4 ਹਿੱਸੇ ਕੀਤੇ। ਔਰ ਗੁਰੂ ਪਿਆਰਿਓ ਸਾਰਿਆਂ ਨੂੰ ਇੱਕ ਇੱਕ ਹਿੱਸਾ ਉਹ ਫਲਾਂ ਦਾ ਦੇ ਦਿੱਤਾ, ਜੋ ਵੀ ਤੋਂ ਜੰਗਲ ਚੋਂ ਮਿਲੇ। ਤੇ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਾਲੇ ਫਲਾਂ ਚੋਂ ਪ੍ਰਸ਼ਾਦ ਰੂਪ 'ਚ ਉਹਨੂੰ ਫਲ ਦੇ ਦਿੱਤਾ। ਕਹਿੰਦੇ ਆ ਖਾ ਲੈ। ਜਦੋਂ ਉਸਨੇ ਉਹ ਖਾਧਾ ਤੇ ਉਹਦੀ ਸਰੀਰ ਛੁੱਟ ਗਿਆ। ਜਦੋਂ ਸਰੀਰ ਛੁੱਟ ਗਿਆ, ਉਹਦਾ ਉਧਾਰ ਹੋ ਗਿਆ। ਉਹ ਦਿਵਿਆ ਰੂਪ ਧਾਰ ਕੇ ਸੱਚਖੰਡ ਨੂੰ ਚਲਿਆ ਗਿਆ, ਮਹਾਰਾਜ ਦੇਸ਼ ਚਲਿਆ ਗਿਆ। ਪਿੱਛੇ ਸਰੀਰ ਬਚ ਗਿਆ, ਉਹਦਾ ਰੂਹ ਨਿਕਲ ਗਈ। ਉੱਥੇ ਫਿਰ ਬਾਬਾ ਜੀ ਨੇ ਆ ਬਚਨ ਉਚਾਰਿਆ ਸੀਗਾ ਵੀ ਜਦੋਂ ਬੰਦਾ ਰੱਬ ਦੇ ਗੁਰੂ ਦੇ ਭਉ ਵਿੱਚ ਨਹੀਂ ਨਾ ਹੁੰਦਾ, ਦੇਖਾ ਕੌਡੇ ਦਾ ਕੀ ਹਾਲ ਹੋ ਗਿਆ। ਇਹ ਬਾਹਮਣ ਸੀਗਾ, ਵੇਦਾਂ ਦਾ ਵਕਤਾ ਸੀ, ਵੇਦਾਂ ਦਾ ਗਿਆਤਾ ਸੀਗਾ, ਪਰ ਹੰਕਾਰ ਕਰ ਗਿਆ ਕਿ ਮੈਂ ਵੱਡਾ ਗਿਆਨੀ ਹਾਂ ਤੇ ਆਪਣੇ ਗੁਰੂ ਨੂੰ ਨਮਸਕਾਰ ਕਰਨੀ ਵੀ ਛੱਡਤੀ। ਕਹੋ ਸਤਨਾਮ ਸੀ। ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਗਲੀ 'ਚੋਂ ਲੰਘਦੇ ਆ, ਅਸੀਂ ਮਹਾਰਾਜ ਜੀ ਦੇ ਚਰਨ ਪਵਾਉਣੇ ਆਪਣੇ ਘਰਾਂ ਵਿੱਚ ਲਿਜਾ ਕੇ। ਜੇ ਰਸਤੇ ਵਿੱਚ ਸਾਨੂੰ ਘੰਟੀ ਘੜਿਆਲ ਸੁਣਦੀ ਆ ਕਿ ਮਹਾਰਾਜ ਆ ਰਹੇ ਆ, ਤੇ ਸਾਨੂੰ ਉੱਠ ਕੇ ਖੜੇ ਹੋਣਾ ਚਾਹੀਦਾ। ਕਹੋ ਸਤਨਾਮ ਸ੍ਰੀ। ਉੱਠ ਕੇ ਨਮਸਕਾਰ ਕਰਨੀ ਚਾਹੀਦੀ ਆ। ਪਾਤਸ਼ਾਹ ਕਹਿੰਦੇ ਜਿਹੜੇ ਛੋਟੀ ਮੱਤ ਵਾਲੇ ਆ, ਉਹਨਾਂ ਦਾ ਆਹ ਹਾਲ ਹੁੰਦਾ। ਮਰਦਾਨਿਆ ਤੂੰ ਮੇਰੀ ਗੱਲ ਨਹੀਂ ਮੰਨੀ, ਤੂੰ ਫਸ ਗਿਆ। ਇਹਨੇ ਗੁਰੂ ਨੂੰ ਨਮਸਕਾਰ ਨਹੀਂ ਕੀਤੀ, ਇਹਦੀ ਆ ਹਾਲਤ ਹੋ ਗਈ। ਭਉ ਮੁੱਚ ਭਾਰਾ ਵੱਡਾ ਤੋਲ। ਗੁਰੂ ਦੀ ਪਰਮੇਸ਼ਰ ਦੇ ਭਉ ਵਿੱਚ ਰਹਿਣਾ ਹੀ ਚੰਗਾ ਹੈ। ਜਿਹੜਾ ਗੁਰੂ ਦੇ ਭੈ ਵਿੱਚ ਰਹਿੰਦਾ ਹੈ, ਰੱਬ ਦੇ ਡਰ ਵਿੱਚ ਰਹਿੰਦਾ ਹੈ, ਉਹਦੇ ਅੰਦਰ ਚੰਗਾ ਗਿਆਨ ਪੈਦਾ ਹੋ ਜਾਂਦਾ। ਵੱਡਾ ਤੋਲ, ਵੱਡੀ ਮੱਤ,
ਚੰਗੇ ਵਿਚਾਰ ਉਹਦੇ ਅੰਦਰ ਪੈਦਾ ਹੁੰਦੇ ਆ ਜਿਹੜਾ ਗੁਰੂ ਦੇ ਅਨੁਸਾਰ ਚੱਲਦਾ। ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਅਨੁਸਾਰ ਚੱਲੇ ਆ ਤੇ ਉਹਨਾਂ ਦੇ ਅੰਦਰ ਗਿਆਨ ਪੈਦਾ ਹੋ ਗਿਆ ਗੁਰਬਾਣੀ ਰਚਨ ਦਾ। ਪ੍ਰਿਥੀ ਚੰਦ ਜਿਹੜਾ ਸੀਗਾ ਉਹ ਆਪਣੇ ਪਿਤਾ ਦੇ ਅਨੁਸਾਰ ਨਹੀਂ ਚੱਲਿਆ, ਉਹ ਪਿਤਾ ਨੂੰ ਸੰਸਾਰੀ ਮਨੁੱਖ ਸਮਝਦਾ ਰਿਹਾ, ਤਾਂ ਉਸ ਦੀ ਕੀ ਹਾਲਤ ਹੋਈ ਸਾਡੇ ਸਾਹਮਣੇ ਹੈ। ਭਉ ਮੁੱਚ ਭਾਰਾ ਵੱਡਾ ਤੋਲ, ਜਿਨ੍ਹਾਂ ਦੇ ਅੰਦਰ ਰੱਬ ਦਾ ਗੁਰੂ ਦਾ ਭਉ ਰਹਿੰਦਾ ਮਰਦਾਨਿਆ, ਉਹਨਾਂ ਦੇ ਅੰਦਰ ਚੰਗੀ ਵਿਚਾਰ ਪੈਦਾ ਹੋ ਜਾਂਦੀ ਹੈ। ਮਨ ਮਤ ਹੌਲੀ ਬੋਲੇ ਬੋਲ, ਜਿਹੜਾ ਆਪਣੀ ਮਨ ਮਤ ਕਰਦਾ ਹੈ ਉਹਨਾਂ ਦੀ ਮਤ ਹੌਲੀ ਹੁੰਦੀ ਹੈ, ਉਹ ਤਰ੍ਹਾਂ ਤਰ੍ਹਾਂ ਦੇ ਬੋਲ ਕਬੋਲ ਵੀ ਕਰਦੇ ਹੈ। ਜਿਵੇਂ ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਜੀ ਨਾਲ ਲੜਨਾ ਕੀਤਾ, ਜਿੱਦੇ ਗੁਰਤਾ ਗੱਦੀ ਦਿੱਤੀ ਗਈ ਸੀ ਗੁਰੂ ਅਰਜਨ ਦੇਵ ਜੀ ਨੂੰ, ਉਹ ਮਨਮਤ ਸੀਗੀ। ਗੁਰੂ ਖੁਸ਼ੀ ਦੇ ਵਿੱਚ ਆ ਕੇ ਹੀ ਕਿਸੇ ਨੂੰ ਆਪਣਾ ਸਭ ਕੁਝ ਦਿੰਦਾ। ਕਿਹਨੂੰ ਦਿੰਦਾ? ਜਿਹੜਾ ਗੁਰੂ ਦੀ ਗੱਲ ਮੰਨਦਾ, ਜਿਹਦਾ ਗੁਰੂ ਨੂੰ ਪਤਾ ਲੱਗਦਾ ਵੀ ਹਾਂ ਇਹ ਮੇਰੀ ਗੱਲ ਨੂੰ ਅੱਗੇ ਚਲਾਊਗਾ, ਮੇਰੇ ਪ੍ਰਚਾਰ ਨੂੰ, ਮੇਰੀ ਗੱਲ ਨੂੰ ਅੱਗੇ ਵਧਾਊਗਾ, ਉਸੇ ਤੇ ਹੀ ਉਹ ਕਿਰਪਾ ਕਰਦਾ ਗੁਰੂ। ਮਨਮਤ ਹੌਲੀ ਬੋਲੇ ਬੋਲ, ਮਨਮਤ ਵਾਲੇ ਹੌਲੀ ਮਤ ਵਾਲੇ, ਜਿਵੇਂ ਇੱਕ ਪਾਸੇ ਰਾਮ ਹੈ ਤੇ ਇੱਕ ਪਾਸੇ ਜੇਠਾ ਹੈ, ਭਾਵ ਇੱਕ ਪਾਸੇ ਗੁਰੂ ਰਾਮਦਾਸ ਜੀ ਹੈ, ਇੱਕ ਪਾਸੇ ਉਹਨਾਂ ਦਾ ਸਾਧੂ ਭਾਈ ਰਾਮਾ ਹੈ। ਦੋਨਾਂ ਨੂੰ ਥੜੇ ਬਣਾਉਣ ਦਾ ਹੁਕਮ ਲਾਤਾ। ਤੜਕੇ ਤੋਂ ਲੱਗੇ ਸ਼ਾਮਾਂ ਤੱਕ ਬਣਾਇਆ। ਗੁਰੂ ਅਮਰਦਾਸ ਜੀ ਆਏ, ਹੱਥ ਵਿੱਚ ਡੰਗੋਰੀ ਫੜੀ ਹੋਈ ਹੈ, ਵੱਡੀ ਉਮਰ ਆ, ਲਗਭਗ 100 ਸਾਲ ਦੇ ਆਸੇ ਪਾਸੇ। ਆ ਕੇ ਕਹਿੰਦੇ ਰਾਮਿਆ ਥੜਾ ਸਹੀ ਨਹੀਂ ਬਣਿਆ, ਢਾਹ ਦੇ ਇਹਨੂੰ, ਗਲਤ ਬਣ ਗਿਆ। ਬਾਪੂ ਕੀ ਹੋਇਆ ਇਹਨੂੰ? ਉੱਤੇ ਦਰੀਆਂ ਵਿਛ ਜਾਣਗੀਆਂ, ਉੱਤੇ ਬਹਿ ਜਾਗੇ, ਬਸ ਪ੍ਰਚਾਰ ਹੀ ਕਰਨਾ, ਸੰਗਤੀ ਕਰਨੀ ਹੈ ਬੈਠ ਕੇ। ਨਹੀਂ ਨਹੀਂ ਗਲਤ ਬਣ ਗਿਆ, ਢਾਹ ਨੇ, ਢਾਤਾ। ਦੂਜੇ ਪਾਸੇ ਗਏ, ਜੇਠਿਆ ਤੈਨੂੰ ਪਤਾ ਨਹੀਂ ਥੜਾ ਕਿਵੇਂ ਬਣਾਉਣਾ ਸੀਗਾ, ਇਹ ਗਲਤ ਬਣ ਗਿਆ, ਢਾਹ ਇਹਨੂੰ, ਢਾਹ ਦਿੰਦੇ ਆ ਜੀ। ਉਹਨੇ ਦੂਜੀ ਵਾਰ ਨਹੀਂ ਕਿਹਾਗਾ ਵੀ ਨਹੀਂ ਢਾਉਂਦੇ। ਫਿਰ ਦੂਜੇ ਦਿਨ ਫਿਰ ਲੱਗੇ ਬਣਾਉਣ, ਤੜਕੇ ਤੋਂ ਲੈ ਕੇ ਸ਼ਾਮਾਂ ਤੱਕ ਬਣਾਈ ਗਏ। ਦੂਜੇ ਦਿਨ ਦੁਬਾਰਾ ਬਣਾਏ ਤੇ ਹੱਥ ਨੇ ਗੁਰੂ ਰਾਮਦਾਸ ਜੀ ਘੁੰਮ, ਆਪਣਾ ਗੁਰੂ ਅਮਰਦਾਸ ਜੀ ਘੁੰਮ ਕੇ ਥੜਿਆਂ ਦੇ ਆਸੇ ਪਾਸੇ ਦੋਨਾਂ ਨੂੰ ਕਹਿੰਦੇ ਤੁਹਾਨੂੰ ਅਕਲ ਨਹੀਂ ਹੈਗੀ, ਤੁਹਾਨੂੰ ਬਣਾਉਣੇ ਨਹੀਂ ਆਉਂਦੇ, ਮੈਂ ਐਂ ਥੋੜ੍ਹਾ ਕਿਹਾ ਸੀਗਾ। ਰਾਮਾ ਥੋੜ੍ਹਾ ਜਿਹਾ ਦੁਖੀ ਜਿਹਾ ਹੋ ਗਿਆ ਮਨ ਕਰਕੇ ਵੀ ਯਾਰ ਥੜਾ ਬਣਾਉਣਾ, ਬੈਠਣ ਵਾਸਤੇ ਥੜਾ ਬਣ ਗਿਆ, ਉੱਤੇ ਦਰੀਆਂ ਵਿਛ ਜਾਣਗੀਆਂ, ਬੈਠਿਆ ਜਾਊਗਾ, ਹੋਰ ਹੀ ਕਰਨਾ ਸੀ। ਪਰ ਗੁਰੂ ਸਾਹਿਬ ਕੁਝ ਹੋਰ ਖੋਜ ਕਰ ਰਹੇ ਹੈ ਵੀ ਜੋਤ ਕਿੱਥੇ ਰੱਖਾਂ। ਕੇਵਲ ਥੜੇ ਦੀ ਗੱਲ ਨਹੀਂ, ਉਹ ਹਿਰਦਾ ਲੱਭ ਰਹੇ ਹੈ ਵੀ ਜੋਤ ਕਿੱਥੇ ਰੱਖਣੀ ਹੈ ਅੱਗੇ ਬਾਬੇ ਨਾਨਕ ਦੀ। ਤੀਜੀ ਵਾਰ, ਦੂਜੀ ਵਾਰ ਹੱਥ ਨੇ ਬਾਬੇ ਗੁਰੂ ਅਮਰਦਾਸ ਜੀ ਨੇ ਡੰਡੇ ਨਾਲ ਨਾ ਲਖੀਰ ਖਿੱਚਦੀ, ਕਹਿੰਦੇ ਇਹਦੇ ਵਿੱਚ ਵਿੱਚ ਬਣਾਉਣਾ। ਦੋਨਾਂ ਲਖੀਰ ਖਿੱਚਦੀ, ਦੋਨਾਂ ਨੇ ਸ਼ਾਮਾਂ ਤੱਕ ਬਣਾਏ। ਤੀਜੇ ਦਿਨ ਗੁਰੂ ਅਮਰਦਾਸ ਜੀ ਆ ਕੇ ਫਿਰ ਕਹਿੰਦੇ ਰਾਮਿਆ ਇਹ ਫਿਰ ਇੱਥੋਂ ਵਿੰਗਾ ਕਰਤਾ। ਰਾਮਾ ਕਹਿੰਦਾ ਜੀ ਤੁਸੀਂ ਵੱਡੀ ਉਮਰ ਦੇ ਹੋ ਗਏ, ਤੁਸੀਂ ਭੁੱਲ ਜਾਂਦੇ ਹੋ, ਤੁਸੀਂ ਇੱਥੇ ਹੀ ਤਾਂ ਲਖੀਰ ਮਾਰੀ ਸੀ, ਮੈਂ ਉੱਥੇ ਉੱਥੇ ਇੱਟਾਂ ਲਾ ਕੇ ਥੜਾ ਬਣਾਇਆ। ਉਹ ਕਹਿੰਦਾ ਤੁਸੀਂ ਭੁੱਲ ਜਾਂਦੇ ਹੋ। ਜੇਠਾ ਜੀ ਕਹਿੰਦੇ ਸਾਡੀ ਮੱਤ ਛੋਟੀ ਹੈ ਬਾਪੂ, ਸਾਨੂੰ ਬਣਾਉਣਾ ਨਹੀਂ ਆਉਂਦਾ, ਤੂੰ ਕੋਲੇ ਖੜ ਕੇ ਬਣਵਾ ਲਾ, ਜਿਹੋ ਜਿਹਾ ਬਣਾਉਣਾ। ਕਹੋ ਸਤਨਾਮ ਸਾਡੇ ਕੋਲੇ ਖੜ ਜਾ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਛੱਡੋ ਪਰੇ, ਬਣ ਗਿਆ ਥੜਾ ਜਿਹੜਾ ਬਣਨਾ ਸੀਗਾ। ਭਾਵ ਸੰਗਤਾਂ ਨੂੰ ਜੱਜਮੈਂਟ ਕਰਵਾਤੀ ਕਿ ਅੱਗੇ ਪ੍ਰਚਾਰ ਦੇ ਕਿਹੜਾ ਕਾਬਲ ਹੈ। ਕਹੋ ਸਤਨਾਮ ਸੀ। ਨਿਮਰਤਾ ਦੀ ਲੋੜ ਹੈ, ਗੁੱਸੇ ਦੀ ਲੋੜ ਨਹੀਂ, ਹੰਕਾਰ ਦੀ ਲੋੜ ਨਹੀਂ। ਇੱਥੇ ਹਰਜੂ ਹੰਕਾਰ ਨਾ ਭਾਵੀ ਬੇਦਕੂਕ ਸੁਣਾਵੇ। ਛੱਡੋ ਪਰੇ, ਬਣ ਗਏ ਥੜੇ ਜਿਹੜੇ ਬਣਨੇ ਸੀਗੇ। ਇਹਨਾਂ ਕਹਿ ਕੇ ਪਾਤਸ਼ਾਹ ਚਲੇ ਗਏ। ਤਾਂ ਸੰਗਤਾਂ ਨੇ ਪੁੱਛਿਆ ਸੀਗਾ ਅੱਗੇ ਗੱਦੀ ਕਿਹਨੂੰ ਦਿਓਗੇ, ਤੇ ਪਾਤਸ਼ਾਹ ਨੇ ਜੱਜਮੈਂਟ ਕਰਵਾਇਆ ਸੀਗਾ ਵੀ ਕਿਹੜਾ ਕਾਬਲ ਹੈ ਦੇਖੋ। ਤਾਂ ਇਸ ਕਰਕੇ ਹੌਲੀ ਮੱਤ ਵਾਲੇ ਛੋਟੀ ਮੱਤ ਵਾਲੇ ਫਿਰ ਹੌਲੇ ਬੋਲ ਬੋਲਦੇ ਆ, ਵੱਡੀ ਮੱਤ ਵਾਲੇ ਵੱਡੀ ਵਿਚਾਰ ਕਰਦੇ ਆ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ,
और जदों तो आ गए अखीर तक गुरता गद्दी लैन तक उन्होंने गुरु साहब के हरेक बचन नूं विचारिया। चाहे उन्होंने कह दिता वो किक्कर दे लड्डू लगे पे ला लो, दूजिया ने सोचा भी दरख्तों लड्डू लगते हैं, कि दरख्तों मिठाइयाँ लगदियाँ। लैना जी आए क्योंकि उदों सेवादार सीगे। वो कहन लगे बापू जी संगत आई आ, लंगर मस्त हो गया, कई दिनों का मीह पई जाता, बालन भी गिला पिया, की खवाइए संगत नूं भुख लगी आ। पातशाह इदां बैठे संगत कर रहे सीगे, कहंदे लड्डू खवा दिओ। मैं लड्डू? कहने हाँ वो देखो कितने लड्डू लगे हुए आ, जा श्री चंद आ दरख्त नूं हिला दे, ना फड़ के लड्डू डिग पैणगे। वो कहने छड्डो बापू जी, बेइज्जती महसूस कर गया भी यार लड्डू ना डिगे, फिर ये तो फुल जे लगे आ दरख्त नूं। किसी होर सिख नूं कहा, वो भी घौल जी कर गया, जा लैने आ फिर भाई तू हिला दे। वो लैना जी चले किक्कर नूं हिलाउण वास्ते, पिछों एक ने चोला फड़ लिया, कहने कमला होया कि दरख्तां नूं मिठाइयां लगदियां। कहंदे वेखो मेरा काम मिठाइयां लाउणा लाउणा नहीं है, मैनू हुक्म है दरख्त नूं हिलाउण दा। जे मिठाई डिग पई तां वडियाई गुरु नानक दी है, नहीं डिगी तो लाज भी इसे नूं है, मैनू कि मैं तां दरख्त हिलाउणा है। बचन मन्निया ना, तो जदों गुरु लहणा जी ने जा करके वो दरख्त नूं हिलाउणा कीता, उत्ते चढ़ के डांण फड़ के हिलाया झूणिया, तो वाकई उत्तों लड्डू थल्ले डिग पे। कहो सतनाम। भाव लहणा जी जदों भी गुरु नानक पातशाह कोई बचन करते हैं ना, तो वो विचारते आ भी इन्हां दे बचन के पिछे लॉजिक की है। तो जिन्ना उन्होंने विचार की उन्हां दी मत वड्डी हुंदी गई। जिहड़ा बंदा नहीं विचार करता उसकी मत उत्थे खड़ी रहिंदी है। मन मत हौली बोलै बोल, सिर तर चलीए सही है भार। इस करके भाई गुरु की गल नूं, परमेश्वर के हुक्म नूं सिर धर के मन्नीए। सिर धर चलीए, सिर धर के चलना। जिवें तुसीं इत्थे मत्था टेक के सिर धरदे हो ना, इहदा मत्था टेकण दा की मतलब है बई गुरु नानक पातशाह जी की हर गल मैं मनदा। की मनदे हो? मत्थे सारी टेकदे आ। गुरु कहंदा केस नहीं कट्टने, पर फिर भी कट्टी जाने आ। कहो सतनाम सिंह। जे मत्था टेकदे तो मनो, जे मनदे आ तो फिर गुरमत अनुसार चल पो। गुरु साहब किरपा ही करनगे, खुशियां बख्शणगे। भाव सिर धर चलीए, जे गुरु के अगे सीस नवाता, इसका मतलब है गुरु की गल मन लई। जे मान ली तो फिर उवें चलो, जे नहीं चलते तो फिर अगला वचन सुन लो बाणी का। सतगुर की प्रतीत न आईया, शब्द न लागो भाओ। गुरु ते भरोसा नहीं, शब्द नूं मनदा नहीं, बचन नूं मनदा नहीं, तिस नूं सुख न उपजै। भावें 100 गेड़ा आओ जाओ, ये बाणी का वचन है, मेरा कहा होया नहीं। कहने फिर भावें 100 बारी मत्था टेक लो, जो गल नहीं मननी तो फिर मत्था टेकन का कोई फायदा नहीं होना। कहो सतनाम। भावें फिर 100 बारी झुक पो, ऐ झुकण नूं तां शिकारी भी झुकदा है। जो हंता मिरगाहे सीस निवाया क्या थिया, जां हृदय कसुद्ध है जाए। जी अंदरों हिरदा साफ नहीं होया, गल मनी नहीं, तो वैसे शिकारी मिर्ग मारन वाला, चाहे वह बंदूक नाल मारदा, चाहे तीर नाल मारदा, वो भी झुक के मारदा। उन्होंने भगत थोड़ा ही कहांगे, वो तो कसाई है, वो तो जानवर मारन वास्ते झुकी जाता। जे गल नहीं मननी तो फिर मत्था टेकन का की फायदा? जे मत्था टेक दो तो गल मान लो। को सतनाम सिंह। प्रीतम जी कहते सिर तर चलीए सही है भार, नदरी कर्मी गुर विचार। नजर करके, कर्म करके, बचन करके गुरु की गल की विचार करो।
ਗੁਰੂ ਨੇ ਕੁਛ ਵੀ ਕਿਹਾ ਉਹਦੇ ਵਿੱਚ ਕੋਈ ਲੌਜਿਕ ਹੈ, ਕੋਈ ਕਾਰਨ ਹੈ ਉਹਦੇ ਪਿੱਛੇ। ਕੁਛ ਵੀ ਕਿਹਾ ਗੁਰੂ ਨੇ। ਜੇ ਮਰਦਾਨੇ ਨੂੰ ਕਿਹਾ ਸੀ ਰੁਕ ਜਾ ਭਾਈ, ਨਾ ਜਾ, ਇੱਥੇ ਬੁਲਾਵਾਂ ਬਹੁਤ ਆ, ਕਹਿੰਦਾ ਜੀ ਮੈਂ ਤਾਂ ਜਾਊਂਗਾ। ਤੁਸੀਂ ਤਾਂ ਪੁੱਠੇ ਹੀ ਨਹੀਂ ਮੁੜਦੇ, ਤੁਸੀਂ ਤਾਂ ਗਾਹਾਂ ਹੀ ਗਾਹਾਂ ਤੁਰੀ ਜਾਂਦੇ ਹੋ। ਸ਼ਾਇਦ ਉਹ ਉਦਾਸੀ ਸਤਿਗੁਰਾਂ ਦੀ 12 ਸਾਲਾਂ ਦੀ ਸੀ ਉਸ ਵੇਲੇ। ਤਾਂ ਸਤਿਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕਰ ਰਹੇ ਨੇ। ਅੱਧੀ ਰਾਤ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ, ਉਹ ਭਾਈ ਦਿਨ ਚੜ੍ਹ ਗਿਆ ਲੱਗਦਾ। ਇੱਕ ਸਿੱਖ ਨੂੰ ਕਿਹਾ ਜਾ ਬਾਹਰ ਦੇਖ ਕੇ ਆ, ਦਿਨ ਚੜ੍ਹ ਗਿਆ। ਉਦੋਂ ਘੜੀਆਂ ਨਹੀਂ ਸੀ ਹੁੰਦੀਆਂ, ਦਿਨੇ ਆਪਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਸੀ, ਰਾਤ ਨੂੰ ਇੱਕ ਖਿੱਤੀ ਆ 6-7 ਤਾਰਿਆਂ ਦੀ, ਉਹ ਚੱਲਦੀ ਹੈ ਇਸੇ ਤਰ੍ਹਾਂ। ਜਦੋਂ ਐਨ ਸੈਂਟਰ 'ਚ ਹੋਵੇ ਤੇ ਉਹ ਖਿੱਤੀ, ਤੇ ਉਦੋਂ ਰਾਤ ਦੇ 12 ਵਜੇ ਹੁੰਦੇ ਆ। ਕੋਈ ਸਤਨਾਮ। ਜੇ ਇੱਧਰ ਟੱਪ ਗਈ ਤਾਂ 12 ਟੱਪ ਗਿਆ, ਜੇ ਇੱਧਰ ਆ ਤਾਂ ਘੱਟ ਹੈ ਟਾਈਮ 12 ਤੋਂ। ਇੱਕ ਸਿੱਖ ਬਾਹਰ ਗਿਆ, ਆਗੇ ਕਹਿੰਦਾ ਨਹੀਂ ਬਾਬਾ ਜੀ ਹਜੇ ਤਾਂ ਅੱਧੀ ਰਾਤ ਆ। ਅੱਛਾ। ਦੂਜੇ ਸਿੱਖ ਨੂੰ ਭੇਜਿਆ, ਦੇਖ ਕੇ ਆ ਭਾਈ ਲੱਗਦਾ ਦਿਨ ਚੜ੍ਹ ਗਿਆ। ਉਹ ਵੀ ਬਾਹਰ ਗਿਆ, ਉਹਨੇ ਦੇਖਿਆ ਖਿੱਤੀ ਵੱਲ, ਖਿੱਤੀ ਸੈਂਟਰ 'ਚ ਸਿਰ 'ਤੇ ਆ। ਕਹਿਣ ਲੱਗਿਆ ਜੀ ਅੱਧੀ ਰਾਤ ਆ। ਅੱਛਾ, ਮੈਨੂੰ ਲੱਗਦਾ ਦਿਨ ਚੜ੍ਹ ਗਿਆ ਹੁੰਦਾ ਜਿਵੇਂ। ਲਹਿਣਿਆ ਤੂੰ ਵੇਖਦਾ ਭਾਈ। ਭਾਈ ਲਹਿਣਾ ਜੀ ਬਾਹਰ ਗਏ, ਵਿਹੜੇ 'ਚ ਚਲੇ ਗਏ ਵੀ ਦੋ ਬੰਦਿਆਂ ਨੇ ਦੱਸਤਾ ਵੀ ਅੱਧੀ ਰਾਤ ਹੈ, ਤੇ ਹੈ ਵੀ ਅੱਧੀ ਰਾਤ। ਖਿੱਤੀ ਵਿਚਾਲੇ ਆ ਉੱਪਰ। ਇਹ ਬਾਪੂ ਕੀ ਕਹਿਣਾ ਚਾਹੁੰਦਾ? ਉੱਥੇ ਖੜ ਕੇ ਸੋਚਿਆ, ਨਦਰੀ ਕਰਮੀ ਗੁਰ ਵਿਚਾਰ। ਗੁਰੂ ਦੀ ਵਿਚਾਰ ਕਰੋ, ਨਜ਼ਰ ਨਾਲ ਸੋਚ ਦੇਖ ਕੇ, ਕਰਮ ਨਾਲ, ਵੀ ਇਹ ਗੁਰੂ ਕੀ ਕਰਨਾ ਚਾਹੁੰਦਾ। ਵੇਖ ਕੇ ਵਾਪਸ ਮੁੜਿਆ। ਗੁਰੂ ਪਾਤਸ਼ਾਹ ਕਹਿਣ ਲੱਗੇ ਕਿਉਂ ਭਾਈ ਲਹਿਣੀਆਂ ਚੜ੍ਹ ਗਿਆ? ਕਹਿੰਦੇ ਜੀ ਚੜ੍ਹ ਗਿਆ। ਕਿੰਨਾ ਕੁ ਚੜ੍ਹ ਗਿਆ? ਜਿੰਨਾ ਤੁਸੀਂ ਚੜ੍ਹਾਤਾ ਉਹਨਾਂ ਚੜ੍ਹ ਗਿਆ, ਬਾਕੀ ਰਹਿੰਦਾ। ਹੁਣ ਇਹ ਤੁਹਾਡੀਆਂ ਤੁਸੀਂ ਜਾਣੋ ਵੀ ਕੀ ਬਚਣਾ ਇਹਦੇ ਪਿੱਛੇ। ਕਹੋ ਸਤਨਾਮ। ਕਹਿੰਦੇ ਅੱਛਾ ਚੰਗਾ, ਜਾ ਫਿਰ ਮੇਰੀਆਂ ਚਾਦਰਾਂ ਲੈ ਜਾ, ਤੇ ਧੋ ਕੇ ਤੇ ਸੁਕਾ ਕੇ ਲਿਆ। ਤੇ ਲਹਿਣਾ ਦੀ ਚਾਦਰਾਂ ਲੈ ਕੇ ਰਾਵੀ ਨਦੀ ਤੇ ਕਰਤਾਰਪੁਰ ਦੀ ਗੱਲ ਆ ਇਹ। ਉੱਥੇ ਲਿਜਾ ਕੇ ਜਦੋਂ ਧੋਤੀਆਂ ਤੇ ਧੋ ਕੇ ਨਿਚੋੜ ਕੇ ਸੁੱਕਣੀਆਂ ਪਾਈਆਂ, ਤੇ ਕਹਿੰਦੇ ਉਸੇ ਵੇਲੇ ਆ ਕੇ ਉਹ ਸੂਰਜ ਨੂੰ ਉਹ ਸੁਕਾਉਣੀਆਂ ਪਈਆਂ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਸ੍ਰਿਸ਼ਟੀ ਵੀ ਉਹਦਾ ਹੁਕਮ ਮੰਨਦੀ ਆ। ਕੋਈ ਸਤਨਾਮ। ਕੁਦਰਤ ਵੀ ਉਹਦੇ ਅਨੁਸਾਰ ਹੋ ਜਾਂਦੀ ਆ। ਇਸ ਕਰਕੇ ਗੁਰੂ ਦੇ ਭੈ ਵਿੱਚ ਰਹਿਣਾ ਬੜਾ ਜ਼ਰੂਰੀ ਹੈ। ਭੈ ਬਿਨ ਕੋਇ ਨਾ ਲੰਘਸ ਪਾਰ। ਜੇ ਗੁਰੂ ਦਾ ਭੈ ਨਹੀਂ ਮੰਨਦੇ, ਫਿਰ ਮੈਂ ਮੁਕਤੀ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਤੁਹਾਡੀ। ਕਹੋ ਸਤਨਾਮ ਸ੍ਰੀ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ। ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਅੰਧੇ ਇੱਕ ਨਾ ਲੱਗ ਗਈ, ਜੋ ਬਾਂਸ ਵਜਾਈਆ ਫੂਕ। ਭਾਈ ਮਰਦਾਨੇ ਨੂੰ ਸੰਬੋਧਨ ਕਰਕੇ ਨਾਲੇ ਰਾਖਸ਼ ਕੌਡੇ ਦੀ ਉਦਾਹਰਨ ਦਿੰਦੇ ਆ। ਇਹਨੇ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ, ਇਹ ਬੰਦੇ ਤੋਂ ਰਾਖਸ਼ ਬਣ ਗਿਆ। ਤੇ ਮਰਦਾਨਿਆ ਤੂੰ ਨਹੀਂ ਗੱਲ ਮੰਨੀ ਤੇ ਤੂੰ ਫਸ ਗਿਆ ਆ ਕੇ। ਕਹਿੰਦਾ ਜੀ ਇੱਦੋਂ ਮੁੜ ਕੇ ਨਹੀਂ ਮੈਂ ਜਾਂਦਾ, ਮੈਂ ਤਾਂ ਤੁਹਾਡੇ ਨਾਲ ਹੀ ਰਹੂੰਗਾ, ਜਦੋਂ ਮਰਜ਼ੀ ਕਰੇ ਵਗ ਜਿਓ। ਨਹੀਂ ਕਹਿੰਦੇ ਵਗ ਜਾ। ਨਹੀਂ ਜੀ ਮੈਂ ਤਾਂ ਤੁਹਾਡੇ ਨਾਲ ਹੀ ਜਾਊਂਗਾ। ਕੋ ਸਤਨਾਮ। ਭੈ ਬਿਨ ਕੋਈ ਨਾ ਲੰਘ ਸਪਾਰ ਰਹਾਓ। ਭੈ ਤਾਂ ਨਹੀਂ ਅਗਨ ਭਖੈ ਪੈ ਨਾਲ। ਹੁਣ ਅੱਗ ਨੂੰ ਕੋਈ ਭਖਾਉਂਦਾ ਹੈ, ਅੱਗ ਨੂੰ ਤੇਜ਼ ਕਰਦਾ ਗੁਰੂ ਪਿਆਰਿਓ। ਫੂਕਣੀ ਦੇ ਨਾਲ ਫੂਕ ਮਾਰ ਕੇ। ਸੁਨਿਆਰਾ ਵੀ ਜਦੋਂ ਕੋਲਿਆਂ ਦੇ ਵਿੱਚ ਸੋਨੇ ਨੂੰ ਢਾਲਦਾ ਹੈ, ਅੱਜ ਕੱਲ੍ਹ ਤਾਂ ਸਿਸਟਮ ਹੋਰ ਵਧੀਆ ਸੈਂਸ ਨੇ ਬਣਾ ਦੇ। ਪਹਿਲਾਂ ਕੋਲਿਆਂ ਦੇ ਵਿੱਚ ਗੁਠਾਲੀ ਰੱਖ ਕੇ ਫਿਰ ਫੂਕ ਦੇ ਨਾਲ ਫੂਕਣੀਆਂ ਮਾਰ ਕੇ ਅੱਗ ਨੂੰ ਤੇਜ਼ ਕਰਕੇ ਤੇ ਉਹ ਸੋਨਾ ਢਾਲਦਾ ਸੀਗਾ। ਇੱਕ ਬੰਕ ਨਾਲ ਹੁੰਦੀ ਹੈ ਬਹੁਤ ਬਰੀਕ ਜੀ ਸੁਨਿਆਰੇ ਕੋਲੇ, ਉਹਦੇ ਨਾਲ ਉਹ ਟਾਂਕੇ ਲਾਉਂਦਾ ਫੂਕ ਮਾਰ ਕੇ ਅੱਗ ਤੇ। ਭਾਵ ਜਿਵੇਂ ਅੱਗ ਹਵਾ ਨਾਲ ਵੱਧਦੀ ਹੈ, ਇਵੇਂ ਜਿਹੜਾ ਵਿਰਾਗ ਹੈ ਗੁਰੂ ਵੱਲ, ਜਿਹੜੀ ਤੇਰੀ ਪਹੁੰਚ ਹੈ, ਉਹ ਭੈ ਦੇ ਨਾਲ ਵਧੂਗੀ। ਕਹੋ ਸਤਨਾਮ ਸ੍ਰੀ। ਭੈ ਤਨ ਸਰੀਰ ਵਿੱਚ ਗੁਰੂ ਦਾ ਡਰ ਹੋਵੇ, ਬ੍ਰਹਮ ਅਗਨੀ ਚਲਦੀ ਰਹੂਗੀ। ਤੇ ਜਿੱਦੇ ਗੁਰੂ ਦਾ ਡਰ ਛੱਡਤਾ, ਉਹਦੇ ਗਿਆਨ ਦੀ ਅਗਨ ਬੁਝੂ। ਕਹੋ ਸਤਨਾਮ ਸ੍ਰੀ। ਸਾਡੇ ਅੰਦਰ ਬ੍ਰਹਮ ਅਗਨੀ ਹੈ। ਬ੍ਰਹਮ ਅਗਨੀ, ਬ੍ਰਹਮ ਨੂੰ ਪਾਉਣ ਦੀ ਪ੍ਰਬਲ ਇੱਛਾ। ਅੱਗ ਦਾ ਕੋਈ ਭਾਂਬੜ ਨਹੀਂ ਨਿਕਲ ਰਿਹਾ।
ब्रह्म अग्नि मतलब परमेश्वर नूं पाउण दी प्रबल इच्छा, तीव्र इच्छा, जल्दी मिल जे मैनू, ऐसे जन्म विच मिल जावे। अब की बार बख्श बंदे को बहुर न भौजल फेरा, दोबारे ना जमना पवे। इस करके गुरु के डर विच रहना बड़ा जरूरी है। अज की गल गुरु के डर दी है सारी, क्योंकि मरदाना डरिया नहीं गा, कहना मैं तो जाना घरे, मेरे तो जवाक उड़ीकदे होणगे, तुसीं तां घरों निकले हो, गांह नहीं गांह तुरे जाने हो। बाबा जी कहने मरदानिया बुलावा बहुत है, तैनूं कोई खा जूगा, पर ना मने, छड्ड के रबाब तुर पिया ते गांह कौडे ने घेर लिया। फिर बाबे ने आके छड़ाया। असल विच बाबे का ही काम सीगा कौडे का उधार करना सी मरदाने दे बहाने, पर मरदाने नूं भी ज्ञान देना सी ते सानू भी ज्ञान देना सी। पर थाए साखी महापुरख बोलदे सांझी सगल जहाने। गुरु जो कहंदा जो बोलदा वो किसी एक वास्ते नहीं हुंदा। एक नूं संबोधन कीता है, कहा सारियां नूं है, कहो सतनाम सी। जैसी में आवे खसम की बाणी, तैसरा करी ज्ञान में लालो। ये वचन लालो नूं संबोधन करके कहा, पर बावर दे आउण दा सकेत और अहमदाबाद दे लोकां दी गल है, कहो सतनाम सी। अगे चलिए। भै बिन कोई न लंघस पार, गुरु दे डर तो बगैर तू मुक्त नहीं हो सकता। जिद्दे गुरु का डर छड्डता उदे ही तो गुरु दे कोलों समझ ला बांह छड़ा ली आपदी, कहो सतनाम सी। जिस गुरु ने तेरी बांह फड़ी है ना, तू बांह खिंच ली है आपदी गुरु कोलों। गुरु कहता सिखा तू नितनेम ना छड्डी, मैं तेरी बांह नहीं छड्डदा। पर जदों इसने नितनेम छड्डता, गुरु ने बांह छड्डती, कहो सतनाम सी। खडूर साहब खैरा जिमीदार, मिर्गी का दौरा पैंदा, लंबे समय तो पै रहा। एक दिन परिवार उस बच्चे नूं अपने लै करके गुरु अंगद देव जी के हजूर आ गए। महाराज बच्चे ते कृपा करो, क्यों की है भाई? इनू जी मिर्गी का दौरा पैंदा। अच्छा ऐ करो फिर, थोड़ी मिर्गी मैं रख लेना, तुसी गुरु नानक की सिक्खी लै जाओ। कहने जी ठीक है, क्योंकि बड़े दुखी सी उस वेले। कहने जी ठीक आ। उस बच्चे नूं सिमन उपदेश बख्शिया, गुरु नानक का सिख बनाया, नाल कहा भी अज तो बाद शराब नहीं पीनी। जे तू साडा बचन ना मन्निया फिर मैं जिम्मेवार नहीं, कहता उदों ही। लंबा समा लंघ गया, साल 6 महीने उत्ते टाइम टप गया, दौरा ही नहीं पिया। ਜਿਹੜੇ ਪਿਆਲੇ ਦੇ ਮਿੱਤਰ ਹੁੰਦੇ ਆ ਉਹ ਖਹਿੜਾ ਛੱਡਦੇ ਨਹੀਂ, ਕਦੇ ਨਾ ਕਦੇ ਘੇਰ ਹੀ ਲੈਂਦੇ ਆ। ਤੇ ਘੇਰ ਲਿਆ ਇੱਕ ਦਿਨ, ਆ ਬਾਰਿਸ਼ਾਂ ਦਾ ਮਹੀਨਾ, ਸਾਉਣ ਦਾ ਮਹੀਨਾ ਜਾ ਘੇਰ ਲਿਆ। ਉਹ ਕਹਿੰਦੇ ਆ ਜਾ ਫਲਾਣਾ ਸਿਆ, ਆ ਪੀ ਲਾ ਘੁੱਟ। ਉਹ ਕਹਿੰਦਾ ਨਹੀਂ ਨਹੀਂ, ਮੈਂ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ ਹੈ ਭਰਾਵੋ। ਉਹ ਕਹਿੰਦੇ ਹੁਣ ਤਾਂ ਕਈ ਮਹੀਨੇ ਬੀਤ ਗਏ ਯਾਰ, ਹੁਣ ਕੀ ਹੁੰਦਾ, ਹੁਣ ਤਾਂ ਦੌਰਾ ਤੈਨੂੰ ਪੈਂਦਾ ਨਹੀਂ, ਖਤਮ ਹੋ ਗਿਆ। ਉਹਨੇ ਵੀ ਸੋਚਿਆ ਵੀ ਵਾਹ ਚਿਰ ਹੋ ਗਿਆ, ਹੁਣ ਕਿਹੜਾ ਪਿਆ। ਉਹ ਪਿਆਲੇ ਦੇ ਮਿੱਤਰਾਂ ਨੇ ਫਿਰ ਘੇਰ ਲਿਆ ਤੇ ਨਾਲ ਬਿਠਾ ਕੇ ਸ਼ਰਾਬ ਪਿਆਤੀ, ਆਊਟ ਕਰਤਾ, ਬੋਤਲ ਪਿਆਤੀ ਤੇ ਆਊਟ ਹੋ ਗਿਆ। ਤੇ ਉਹਨੂੰ ਕਹਿੰਦੇ ਐਂ ਕਰ, ਤੂੰ ਕੋਠੇ ਤੇ ਚੜ੍ਹ ਕੇ ਕਹਿ ਦੇ ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ। ਕਮਲਾ ਤਾਂ ਹੋ ਹੀ ਗਿਆ ਸੀ। ऐसा मद मूल न पीची, जित बल पवे बिच आए, अपना पराया ना पछाणी, खसम धक्के खाए। वो कोठे ते चढ़िया ते रौला पाउण लग्या, मैं गुरु नानक दी सिक्खी छड्डी, मैं गुरु नानक दी सिक्खी छड्डी। वैसे तो यह भी लिखा इतिहास में कि नेड़े सी गुरु अंगद देव जी, वो भी उपर चवारे टह रहे थे। उन्होंने सुन भी लिया तो किसी सिख ने जाके दस भी दिता भी महाराज जिहड़े खैरे दी तुसीं मिर्गी हटाई सी, आहो अज उन्हें शराब पीती आ, कमला होया, कोठे ते चढ़िया होया ते रौला पाई जांदा मैं गुरु नानक सिक्खी छड्डी। पातशाह सहजी कहंदे अच्छा भाई चल कोई नहीं, जे उन्हें गुरु नानक सिक्खी छड्डी ते मैं उहदी मिर्गी छड्डी। बस इधर उन्होंने इन्ना कहा तो उन्होंने दौरा पिया मिर्गी का, उत्तों ही डिग पिया, धौन पाने धौन टुट गई तो राम नाम सत हो गया, को सतनाम सी। इस करके गुरु के भै विच रह के ही असी सुख मान सकते हैं। जदों असी गुरु का डर छड्डता फिर समझो राक्ष ने घेरिया ही घेरिया, को सतनाम सी, जिवें मरदाने नूं कौडे ने घेरिया। भै बिन कोई न लंघ सभार, भै भौ राखिया भाए सवार। जिन्हां दे अंदर डर है उन्हां अंदर प्रेम भी बनिया रहूगा, ते जिद्दे डर खत्म करता उहदे प्रेम भी टुट जाऊगा, को सतनाम सी। डर ने ही प्रेम नूं संभाल के रखे है।
ਤੇ ਪ੍ਰੇਮ ਨਾਲ ਹੀ ਰੱਬ ਮਿਲਣਾ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਨੂੰ ਬਣਾਏ ਰੱਖਣ ਵਾਸਤੇ ਡਰਨਾ ਪੈਂਦਾ ਕਿਤੇ ਮੈਂ ਗਲਤੀ ਨਾ ਕਰ ਲਾ, ਕੋਈ ਗੁਰੂ ਸਾਹਿਬ ਮੇਰੇ ਨਾਲ ਗੁੱਸੇ ਨਾ ਹੋ ਜਾਣ। ਕਹੋ ਸਤ ਫੇਰ ਹੀ ਪ੍ਰੇਮ ਬਣਿਆ ਰਹੂਗਾ ਨਾ। ਜੇ ਗੁੱਸੇ ਹੋ ਗਏ ਤਾਂ ਸਮਝੋ ਪ੍ਰੇਮ ਖਤਮ ਹੈ। ਤੇ ਕਦੋਂ ਪ੍ਰੇਮ ਖਤਮ? ਜਦੋਂ ਡਰਨਾ ਬੰਦ ਕਰਤਾ ਗੁਰੂ ਤੋਂ, ਜਦੋਂ ਮਨ ਮਰਜ਼ੀ ਕਰਨ ਲੱਗ ਪਏ, ਮਨਮਤ ਕਰਨ ਲੱਗ ਪਏ। ਫਿਰ ਕਹਿੰਦੇ ਇਹਦਾ ਕੋਈ ਵੀ ਬਾਲੀ ਵਾਰਸ ਨਹੀਂ। ਭੈ ਤਾਂ ਨਹੀਂ ਅਗਨ ਭਖੇ ਪੈ ਨਾਲ। ਅੰਦਰ ਡਰ ਹੋਵੇ ਤੇ ਬ੍ਰਹਮ ਅਗਨੀ ਬਣੀ ਰਹੂ, ਗੁਰੂ ਨੂੰ ਮਿਲਣ ਦੀ ਤਾਂਘ ਬਣੀ ਰਹੂਗੀ। ਤੇ ਡਰ ਹੋਵੇ ਭੈ ਭਉ ਘੜੀਐ ਸ਼ਬਦ ਸਵਾਰ। ਇਸ ਭੈ ਨੂੰ ਤੇ ਪ੍ਰੇਮ ਨੂੰ ਬਣਾਏ ਰੱਖਣ ਵਾਸਤੇ ਗੁਰੂ ਦੇ ਸ਼ਬਦਾਂ ਨੂੰ ਸਵਾਰ ਸਵਾਰ ਕੇ, ਸੁਣ ਸੁਣ ਕੇ, ਪੜ੍ਹ ਪੜ੍ਹ ਕੇ ਆਪਣੀ ਮੱਤ ਨੂੰ ਘੜਦੇ ਰਹੋ। ਸਾਡੀ ਮੱਤ ਹੀ ਖਰਾਬ ਹੁੰਦੀ ਹੈ ਨਾ, ਤੇ ਮੱਤ ਘੜੀ ਜਾਂਦੀ ਹੈ ਗੁਰਮੱਤ ਨਾਲ। ਸਾਡੀ ਮਨ ਮੱਤ ਆ ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਰਕਾਰ। ਜਦੋਂ ਗੁਰੂ ਨਦਰ ਕਰਦਾ, ਕਰਮ ਕਰਦਾ, ਨਜ਼ਰ ਦਾ ਕਰਮ ਕਰਦਾ, ਕਿਰਪਾ ਦ੍ਰਿਸ਼ਟੀ ਕਰਦਾ, ਫਿਰ ਇਸ ਦੀ ਮੱਤ ਨੂੰ ਬਦਲ ਦਿੰਦਾ ਤੇ ਇਹਦੀ ਮੱਤ ਉੱਚੀ ਹੋ ਜਾਂਦੀ ਆ। ਨਹੀਂ ਤਾਂ ਮਨ ਮੱਤ ਹੌਲੀ ਬੋਲੇ ਬੋਲ ਹੈ ਤੇ ਗੁਰਮੱਤ ਭਾਰੀ ਮੱਤ ਹੈ। ਬਾਬਾ ਜੀ ਕਹਿੰਦੇ ਅੱਗੇ ਭੈ ਭਉ ਘੜੀਐ ਸ਼ਬਦ ਸਵਾਰ। ਗੁਰੂ ਦੇ ਸ਼ਬਦਾਂ ਨੂੰ ਸੁਣੋ, ਵਿਚਾਰੋ, ਪੜ੍ਹੋ, ਜ਼ਿੰਦਗੀ ਵਿੱਚ ਤਾਰੋ ਤਾਂ ਤੁਹਾਡੀ ਮੱਤ ਉੱਚੀ ਹੋ ਜਾਊਗੀ। ਭੈ ਬਿਨ ਘਾੜਤ ਕੱਚ ਨ ਕੱਚ। ਡਰ ਤੋਂ ਬਗੈਰ ਤੁਸੀਂ ਕੱਚ ਵਰਗੇ ਹੋ। ਕੋਈ ਵਰਕਸ਼ਾਪ ਵਾਲਾ ਵੀ ਕੋਈ ਨਵੀਂ ਚੀਜ਼ ਬਣਾਉਂਦਾ, ਉਹ ਡਰਦਾ ਵੀ ਹੈ ਕਿ ਮੇਰੀ ਚੀਜ਼ ਖਰਾਬ ਨਾ ਹੋ ਜੇ। ਜੇ ਉਹ ਡਰੇ ਨਾ ਤੇ ਕਹੇ ਚੱਲ ਜਿਵੇਂ ਬਣ ਗਈ ਬਣ ਜੂਗੀ, ਉਹ ਖਰਾਬ ਵੀ ਹੋ ਸਕਦੀ ਆ। ਕੋ ਸਤਨਾਮ ਸੀ। ਉੱਥੇ ਵੀ ਡਰ ਪੈਦਾ ਹੋਣਾ ਚਾਹੀਦਾ। ਸੁਨਿਆਰਾ ਸੋਨੇ ਨੂੰ ਘੜਦਾ ਹੋਇਆ ਡਰਦਾ ਹੈ ਕਿਤੇ ਫੂਕ ਤੇਜ਼ ਨਾ ਮਾਰ ਦੇਵਾਂ ਤੇ ਗਹਿਣਾ ਗਲ ਨਾ ਜਾਵੇ। ਕਹੋ ਸਤਨਾਮ ਸੀ। ਕਿਉਂਕਿ ਮਸਾ ਬਣਦਾ ਤੇ ਥੋੜੀ ਜਿਹੀ ਉਹਨੇ ਅੰਦਰੋਂ ਹਵਾ ਤੇਜ਼ ਕਰਤੀ, ਅੱਗ ਤੇਜ਼ ਲੱਗੀ, ਉਹ ਸੋਨੇ ਨੇ ਗਲ ਜਾਣਾ, ਗਹਿਣਾ ਬਣਦਾ ਬਣਦਾ ਖਰਾਬ ਹੋ ਜਾਣਾ, ਉਹਦੇ ਵਿੱਚ ਮੋਰਾ ਹੋ ਜਾਣਾ। ਕਹੋ ਸਤਨਾਮ ਸੀ। ਇਸ ਕਰਕੇ ਭੈ ਬਿਨ ਘਾੜਤ ਕੱਚ ਨ ਕੱਚ। ਭੈ ਤੋਂ ਬਗੈਰ ਸਾਡੀ ਜ਼ਿੰਦਗੀ ਘੜੀ ਨਹੀਂ ਜਾਣੀ। ਗੁਰੂ ਦੇ ਲੜ ਵਿੱਚ ਇਹ ਘੜੀ ਜਾਊਗੀ। ਅੰਧਾ ਸੱਚਾ ਅੰਧੀ ਸੱਟ। ਉਸ ਦਾ ਸਿੰਚਾ ਵੀ ਬੇਕਾਰ ਹੈ, ਉਹਦਾ ਘੜਨਾ ਵੀ ਬੇਕਾਰ ਹੈ, ਉਹਦੀ ਸੱਟ ਮਾਰਨੀ ਵੀ ਬੇਕਾਰ ਹੈ। ਭਾਵ ਘੜਿਆ ਤਾਂ ਸੱਟ ਮਾਰ ਕੇ ਜਾਂਦਾ ਨਾ, ਤੇ ਗੁਰੂ ਵੀ ਸੱਟ ਮਾਰਦਾ। ਜਤ ਪਹਾੜਾ ਧੀਰਜ ਸੁਨਿਆਰ, ਅਹਰਨ ਮੱਤ ਵੇਦ ਹਥਿਆਰ। ਸ਼ਬਦਾਂ ਦੀਆਂ ਸੱਟਾਂ ਗੁਰਬਾਣੀ ਸਾਡੀ ਮੱਤ ਦੇ ਮਾਰ ਕੇ ਘੜਦੀ ਆ। ਕਹੋ ਸਤਨਾਮ ਸੀ। ਬੇਕਾਰ ਆ ਉਸ ਦਾ ਘੜਨਾ ਜਿਹੜਾ ਗੁਰੂ ਦੇ ਡਰ ਵਿੱਚ ਨਹੀਂ ਰਹਿੰਦਾ। ਉਹਦਾ ਜੀਵਨ ਕਿਵੇਂ ਘੜਿਆ ਜਾਵੇਗਾ? ਉਦਾਹਰਨਾਂ ਵਿਖਾਈਆਂ ਘੜ ਘੜ ਕੇ। ਸਤਿਗੁਰਾਂ ਨੇ ਘੜਿਆ ਭਾਈ ਮੰਝ ਨੂੰ ਤੇ ਸਾਡੇ ਵਾਸਤੇ ਉਦਾਹਰਨ ਬਣਾਤੀ। ਭਾਈ ਮੰਝ ਨੇ ਗੁਰੂ ਦੇ ਡਰ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਘੜਿਆ ਤੇ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਬਣ ਗਿਆ। ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਬੁੱਧੀ ਬਾਜੀ ਉਪਜੈ ਚਾਓ। ਜਿਨ੍ਹਾਂ ਦੀ ਬੁੱਧੀ ਉੱਚੀ ਹੋ ਗਈ, ਉਹਨਾਂ ਦੇ ਅੰਦਰ ਮਾਲਕ ਨੂੰ ਮਿਲਣ ਦਾ ਚਾਅ ਪੈਦਾ ਹੋ ਗਿਆ। ਪਰ ਫਿਰ ਵੀ ਚਾਅ ਬਣਿਆ ਰਵੇ। ਸਹਿਸ ਸਿਆਨ ਪਵੈ ਨ ਤਾਓ। ਫਿਰ ਕਹਿਣ ਲੱਗੇ ਸਾਡਾ ਜਿਹੜਾ ਹੈ ਉਸ ਬੁੱਧੀ ਦੇ ਉੱਤੇ ਹਜ਼ਾਰਾਂ ਸਿਆਣਪਾਂ ਵੀ ਕੰਮ ਨਹੀਂ ਕਰਦੀਆਂ। ਭਾਵ ਇੱਕ ਸਿੱਖ ਹੈ, ਗੁਰੂ ਨਾਨਕ ਪਾਤਸ਼ਾਹ ਦੇ ਇੱਕ ਪਿੰਡ ਵਿੱਚ ਇੱਕ ਸਾਧ ਆਇਆ। ਉਹ ਕਹਿੰਦਾ ਮੇਰੇ ਦਰਸ਼ਨ ਕਰ ਲਓ, ਜਿਹੜਾ ਮੇਰੇ ਦਰਸ਼ਨ ਕਰੂਗਾ ਉਹਨੂੰ ਮੈਂ 4 ਸਾਲਾਂ ਦਾ ਸਵਰਗ ਦੇਵਾਂਗਾ। ਤੇ ਲੋਕ ਚੱਲ ਪਏ ਬਾਬੇ ਦੇ ਦਰਸ਼ਨ ਕਰਿਆ, ਉਹ ਸਵਰਗ ਮਿਲ ਜੂਗਾ। ਦਿਸਦਾ ਹੈ ਨਹੀਂ ਵੀ ਸਵਰਗ ਕੀ ਹੈ ਤੇ ਨਰਕ ਕੀ ਹੈ। ਸਾਰਾ ਪਿੰਡ ਆ ਗਿਆ ਤੇ ਉਹ ਸਾਧ ਕਹਿੰਦਾ ਸਾਰੇ ਆ ਗਏ। ਕਹਿੰਦੇ ਜੀ ਇੱਕ ਨਹੀਂ ਆਇਆ। ਉਹ ਸਿੱਖ ਹੈ ਗੁਰੂ ਨਾਨਕ ਦਾ। ਕਹਿੰਦੀ ਉਹਨੂੰ ਵੀ ਕਹੋ ਨਾ ਦਰਸ਼ਨ ਕਰ ਲਿਓ, ਉਹਨੂੰ ਵੀ ਸਵਰਗ ਦੇ ਦਿਆਂਗੇ। ਇਹ ਲਾਲਚ ਦੇ ਦੇ ਕੇ, ਸਵਰਗਾਂ ਨਰਕਾਂ ਦੇ ਡਰ ਦੇ ਦੇ ਕੇ ਸਾਨੂੰ ਚੱਕਰਾਂ 'ਚ ਪਾਇਆ ਹੋਇਆ ਸੀ। ਬਾਬੇ ਨਾਨਕ ਨੇ ਕੱਢਿਆ। ਉਹ ਸਿੱਖ ਨੂੰ ਕਿਸੇ ਨੇ ਜਾ ਕੇ ਬਾਬਾ ਕਹਿੰਦਾ ਵੀ ਆ ਜਾ ਤੂੰ ਵੀ 4 ਸਾਲਾਂ ਸਵਰਗ ਲੈ ਲਈ। ਕਹਿੰਦਾ ਮੈਂ ਨਹੀਂ ਜਾਂਦਾ, ਕਿ ਮੈਨੂੰ ਲੋੜ ਨਹੀਂ। ਉਹ ਬਾਬਾ ਕਹਿੰਦਾ ਉਹਨੂੰ ਕਹੋ ਉਹਨੂੰ 10 ਸਾਲ ਦਾ ਸਵਰਗ ਦੇ ਦਿਆਂਗੇ। ਉਹਨੂੰ ਫਿਰ ਕਿਸੇ ਚੇਲੇ ਨੇ ਜਾ ਕੇ ਉਹ ਤੈਨੂੰ 10 ਸਾਲ ਦਾ ਆਫਰ, 10 ਸਾਲ ਦੀ। ਕਹਿੰਦਾ ਮੈਨੂੰ ਲੋੜ ਨਹੀਂ। ਬਾਹਰ ਬੰਦ ਰੱਖਦਾ, ਬਾਹਰ ਖੋਲਦਾ ਨਹੀਂ। ਇਹ ਸਾਧ ਆਪ ਚਲਿਆ ਗਿਆ ਉਹਦੇ ਘਰੇ। ਕਹੋ ਸਤਨਾਮ। ਕਹਿੰਦਾ ਵੇਖ ਕੇ ਤਾਵਾਂ ਐਡਾ ਤਕੜਾ ਕਿਹੜਾ ਜਿਹਦੇ ਉੱਤੇ ਮੇਰਾ ਅਸਰ ਨਹੀਂ ਹੋਇਆ। ਕਹੋ ਸਤਨਾਮ। ਬਾਹਰ ਖੜਕਾਉਂਦਾ ਹੈ
अंदरों सिख कह लग्या बाबा लोड़ नहीं दर्शनां दी, वग जा। वो कहंदा मित्रा मैं तेरे दर्शन करन आया हुण, भी तू मैनूं मिलता पै यार। कहो सतनाम, तू अपने गुरु दे बचन ते खड़ा है, ते जिहड़ा अपने गुरु दे बचन ते खड़ा है उस ते किसे दी सियाणप नहीं चलदी। तंत मंत ना जो होई ते चाख ना लग गया, उन्होंने कोई नज़र नहीं लगती, वो तो कोई जंतर मंतर नहीं चलता, वो तो किसी का कोई टोल टप्पा नहीं चलता। जिहड़ा गुरु दे बचन ते खड़ा है, कहो सतनाम, उन्होंने कोई असर नहीं कर सकता। नानक मनमुख बोलन वाओ। हाँ मनमुख जिहड़े हन वो जिवें मूँह च आउंदा ऐ बोली जाते हैं, उन्हां दा बोलिया हवा दी न्याई हुंदा, उन्होंने बोलने का कोई असर नहीं होंदा। जिन्हों की बुद्धि रब नाल जुड़ी हुई है उन्होंने मूँह चों निकले बचन पूरे भी हो जाते हैं। याद रखियो, नानक मनमुख बोलन वाओ, अंधा अखर वाओ दवाओ। ज्ञान तो बगैर जिहड़ा मूँह चों बोलना है वो हवा की न्याई है, हनेरी की न्याई है। पर ब्रह्म ज्ञानियों के बचन जिहड़े हैं वो सत हो जाते हैं। प्रभ जी बसे साधकी रसना, नानक जन का दासन दसना। इसी शब्द के विचार जदों तुरन लगे बाबा नानक जी उतों कहते चल मरदाने आ चलीए, कहना जी चलते हैं। हुण कौडा तो मर गया, फिर आ शीशा लै चलीए नाल आपां। बाबा कहते शीशा ही करेगा तू? कहते बंदा को बंदा वेख लिया करांगे यार, पता लग जाया करूगा भी बंदा चंगा कि माड़ा किहो जिहा। कहते तैनूं ज्ञान का शीशा दिता होया ना, उहदे नाल भी पता लग जाता है, जां बोलिया तां कढिया विचार। छड़ दे शीशा इत्थे कौडे दा आपां नहीं लैके जाना। सो कौडे का उत्थे संस्कार करता, उन्होंने उत्थे ही समाप्त करता। भाई मरदाना जी ने उत्थों छड़ा के नाल लै गए। फिर कई बारी बाबा जी राज पुछदे मरदानिया घरे जाना, कहना जी मैं नहीं जाता, मैं तो सोडे नाल ही जाऊँगा। उदे कौडे ने घेर लिया सीगा, मैं तो उदे ही मर जाता। शुक्र है तुसीं बचा लिया। इस करके विचारा इत्थे रोकदे हैं। गुरु किरपा करन। अज दा बचन की कहंदा सानू कि गुरु दे भै विच रह के ही प्रेम बनिया रह सकता है। जब डर खत्म हो जाता है उदों प्रेम भी खत्म हो जाता है। जब प्रेम भी खत्म हो गया तो जीवन भी खत्म हो गया। बहुत बहुत धन्यवाद ने हाजिरियां लवाइया। समाप्ति करिए। बुलाओ फतेह पाओ फतेह। वाहिगुरू जी का खालसा